ओके जी, अगला पैरा जो अपना है जी वो हैगा जी इफेक्ट्स ऑफ साउंड। ਤਾਂ ਜਿਹਦੇ ਵਿੱਚ ਆਪਾਂ ਸਟਾਰਟਿੰਗ ਤੇ ਕੀ ਦੇਖਦੇ ਹਾਂ, ਧਿਆਨ ਨਾਲ ਦੇਖਿਓ ਜੀ। ਆਪਣੇ ਕੋਲੇ ਆਉਂਦੇ ਮਲਟੀਪਲ ਕੁਐਸਚਨ, ਧਿਆਨ ਨਾਲ ਦੇਖਿਓ ਜੀ। ਆਪਣੇ ਕੋਲੇ ਆਉਂਦੇ ਆ ਜੀ ਮਲਟੀਪਲ ਕੁਐਸਚਨਸ। ਅੱਛਾ, ਮਲਟੀਪਲ ਦੇ ਵਿੱਚ ਕੀ ਕਿਹਾ ਜੀ ਉਹਨਾਂ ਨੇ, ਧਿਆਨ ਨਾਲ ਦੇਖਿਓ। ਪ੍ਰੋਪਰ ਨਾਉਨ ਨੂੰ ਟਾਰਗੇਟ ਕਰਨਾ ਵਾ। ਪਹਿਲੇ ਵਾਲੇ ਵਿੱਚ ਉਹਨਾਂ ਨੇ ਗੱਲ ਕੀਤੀ ਆ, ਰਾਈਟਰ ਸੁਜੈਸਟ ਕਰਦਾ ਕਿ ਜਿਹੜੇ ਲੋਕ ਆ ਉਹਨਾਂ ਨੂੰ ਡਿਫਿਕਲਟੀ ਆਉਂਦੀ ਆ ਸੌਣ ਦੇ ਵਿੱਚ। ਪਹਿਲੀ ਗੱਲ ਸਲੀਪ ਵਰਡ ਆ, ਦੂਸਰਾ ਮਾਊਂਟੇਨ ਵਰਡ ਆ ਜੀ। ਅੱਗੇ ਜਾ ਕੇ ਦੇਖੀਏ ਤਾਂ ਕੋਈ ਨਾ ਕੋਈ ਨੋਇਸ ਐਕਸਪੈਰੀਮੈਂਟ ਕੀਤਾ। ਕਿਹਨੇ ਕੀਤਾ? ਗਲਾਸ ਨੇ ਤੇ ਸਿੰਗਰ ਨੇ। ਇਹ ਨਾਮ ਆ ਜੀ ਉਹਨਾਂ ਦੇ। ਗਲਾਸ ਦੂਸਰਾ ਨਾ ਸਮਝ ਲਿਓ, ਜਿਹੜਾ ਉਹ ਕੱਚ ਹੁੰਦਾ ਵਾ, ਉਹਦੀ ਜੀ ਛੋਟੀ ਹੋਣੀ ਸੀਗੀ। ਫਿਰ ਸਿੰਗਰ ਦੂਸਰਾ ਨਾ ਸਮਝ ਲਿਓ, ਗਾਉਣ ਵਾਲਾ, ਉਹਦੀ ਐਸ ਛੋਟੀ ਹੋਣੀ ਸੀ। ਫਿਰ ਯੈਸ ਔਰ ਨੋ ਜੀ। ਉਹਨਾਂ ਨੂੰ ਜਦੋਂ ਲਿਖਣਾ ਹੋਵੇ ਤੁਸੀਂ ਲੈਟਰਸ ਵੱਡੀਆਂ ਲਿਖੋਗੇ ਪਹਿਲੀਆਂ ਜੀ? नो सर। ਹਾਂਜੀ। ਤੇ ਕਈ ਵਾਰੀ ਇਹ ਮੇਰੇ ਸਟੂਡੈਂਟਸ ਪਾਸਟ ਦੇ ਵਿੱਚ ਜਿਹੜਾ ਇੱਕ ਅੱਧਾ ਕਰੀ ਜਾਂਦਾ ਸੀਗਾ, ਇੱਕ ਅੱਧੇ ਨੇ ਉਹਨਾਂ ਵਿੱਚੋਂ ਏਦਾਂ ਕਿਹਾ ਗਰੁੱਪ ਚੋਂ ਕਿ ਸਰ ਮੈਂ ਤਾਂ ਸਮਝਿਆ ਵੀ ਸ਼ਾਇਦ ਸ਼ੀਸ਼ੇ ਦੀ ਗੱਲ ਕਰ ਰਹੇ ਆ, ਤੇ ਇਹਦਾ ਮਤਲਬ ਸਰ ਸ਼ਾਇਦ ਸਿੰਗਰ ਦੀ ਗੱਲ ਕਰ ਰਹੇ। ਏਦਾਂ ਨਹੀਂ ਜੀ, ਉਹਨਾਂ ਲਈ ਜੀ ਛੋਟੀ ਹੋਣੀ ਸੀ। ਇਹਦਾ ਮਤਲਬ ਇਹ ਪ੍ਰੋਪਰ ਨਾਉਨ ਹੈ ਜੀ ਕਿਸੇ ਦੀ। ਉਹਨਾਂ ਨੇ ਕਹਿੰਦੇ ਫਾਊਂਡ ਕੀਤਾ। ਅੱਗੇ ਜਾ ਕੇ ਦੇਖਦੇ ਥਰਡ ਪੈਰੇ ਚ, ਸੌਰੀ ਥਰਡ ਕੁਐਸਚਨ ਤੇ, ਇਹ ਚ ਕਿਹਦੀ ਗੱਲ ਹੋਈ ਜਾਂਦੀ ਹੈ? ਇਹਦੇ ਵਿੱਚ ਹਾਈ ਨੋਇਸ ਲੈਵਲ ਦੀ ਗੱਲ ਹੋਈ ਜਾਂਦੀ ਆ। ਇਹਦੇ ਕਹਿੰਦੇ ਸੰਭਾਵਨਾ ਨਹੀਂ ਹੁੰਦੀ ਕਿਹਦੀ? ਇੰਟਰਫੇਅਰ ਕਰਨ ਦੀ। ਤਾਂ ਚਲੋ ਜੀ ਕੀਵਰਡ ਚੱਕੋ। ਇਹਦੇ ਵਿੱਚੋਂ ਸਲੀਪ ਹੋ ਗਿਆ, ਮਾਊਂਟੇਨ ਹੋ ਗਿਆ, ਪੀਪਲ ਹੋ ਗਿਆ, ਗਲਾਸ ਤੇ ਸਿੰਗਰ ਹੋ ਗਿਆ ਜੀ। ਉਧਰੋਂ ਆਪਣੇ ਕੋਲੇ ਹਾਈ ਲੈਵਲ ਨੋਇਸ ਹੋ ਗਿਆ ਤੇ ਇੰਟਰਫੇਅਰ ਹੋ ਗਿਆ। ਤੇ ਇਹ ਸਟਾਰਟਿੰਗ ਵਾਲੇ ਹੀ ਆ, ਤੇ ਇਹ ਕਿਤੇ ਨਾ ਕਿਤੇ ਸਟਾਰਟਿੰਗ ਚ ਹੋ ਸਕਦੇ ਆ ਜੀ। ਜੇ ਆਪਾਂ ਜਾ ਕੇ ਦੇਖੀਏ ਤਾਂ ਆਪਾਂ ਨੂੰ ਪਤਾ ਲੱਗੂਗਾ ਜੀ ਇੱਥੇ ਸਟਾਰਟਿੰਗ ਦੇ ਵਿੱਚੋਂ। ਤਾਂ ਆ ਪਿਆ ਜੀ ਤੁਹਾਡਾ ਮਾਊਂਟੇਨ ਤੇ ਆ ਪਿਆ ਜੀ ਤੁਹਾਡਾ ਸਲੀਪ। ਇਹਦਾ ਮਤਲਬ ਇਹ ਪਹਿਲੇ ਨੰਬਰ ਵਾਲਾ ਕੁਐਸਚਨ ਹੈ ਜੀ। ਅੱਗੇ ਜਾ ਕੇ ਜੀ ਗਲਾਸ ਤੇ ਸਿੰਗਰ, ਇਹਦਾ ਮਤਲਬ ਇਹ ਤੁਹਾਡਾ ਦੂਸਰਾ ਕੁਐਸਚਨ ਹੈ ਜੀ। ਅੱਗੇ ਜਾ ਕੇ ਉਹਨਾਂ ਨੇ ਆਪਾਂ ਨੂੰ ਕੋਈ ਹਾਈ ਲੈਵਲ ਨੋਇਸ ਦੀ ਗੱਲ ਕਰ ਰਹੇ ਸੀ, ਇੰਟਰਫੇਅਰ ਦੀ ਗੱਲ ਕਰ ਰਹੇ ਸੀਗੇ ਜੀ। ਨੋਇਸ ਵਾਜ਼ ਕੁਆਇਟ ਡਿਸਰਪਟਿਵ। ਤੁਸੀਂ ਮੈਨੂੰ ਦੱਸੋਗੇ ਕਿਹੜੀ ਚੀਜ਼ ਦੀ ਸਿਨੋਨਿਮ ਹੋ ਸਕਦਾ? ਨੋਇਸ ਵਾਜ਼ ਕੁਆਇਟ ਡਿਸਰਪਟਿਵ। ਹਾਂਜੀ, ਕੁਆਇਟ ਡਿਸਰਪਟਿਵ ਕੀ ਮਤਲਬ ਹੋ ਸਕਦਾ ਜੀ ਇਹਦਾ? ਹਾਂਜੀ ਜੀ, ਇਹਦਾ ਸਿਨੋਨਿਮ ਹੋ ਸਕਦਾ ਜੀ डिस्टर्बेंस। ਹਾਂਜੀ, ਹਾਈ ਲੈਵਲ ਨੂੰ ਕਹਿ ਰਹੇ ਆ ਨਾ, ਹਾਈ ਲੈਵਲ ਨੋਇਸ। हाँ जी। ਹਾਂਜੀ, ਕੁਆਇਟ ਡਿਸਰਪਟਿਵ ਦਾ ਮਤਲਬ ਕੀ ਹੈ ਜੀ? ਬਹੁਤ सर ਜ਼ਿਆਦਾ मैं इंटरफेयर ਪਰੇਸ਼ਾਨ कर ਕਰਨ ਵਾਲੀ। ਇਹਦਾ हाँ ਮੀਨਿੰਗ जी। ਕੀ ਨਿਕਲਿਆ? ਇਹਦਾ ਮਤਲਬ ਬਹੁਤ ਉੱਚੀ ਜੀ। ਲੱਗ ਗਿਆ ਪਤਾ ਜੀ? ਇਹ हाँ ਚੀਜ਼ जी। ਨੂੰ ਆਪਣੇ ਮਾਈਂਡ 'ਚ ਰੱਖਣਾ ਵਾ। ਤਾਂ ਆ ਆਪਣਾ ਹੋ ਗਿਆ ਜੀ ਸਟਾਰ 3। ਇਹਦਾ ਮਤਲਬ ਤੁਹਾਡੇ ਮਲਟੀਪਲ ਤਾਂ ਇੰਨੀ ਜਗ੍ਹਾ 'ਚ ਹੀ ਪਏ ਆ। ਜੇ ਆਪਾਂ ਇਹਨਾਂ ਨੂੰ ਧਿਆਨ ਨਾਲ ਦੇਖੀਏ ਤਾਂ ਤੁਹਾਡੇ ਮਲਟੀਪਲ ਜੋ ਹੈ ਤੇ ਉਹ ਤੁਹਾਡੇ ਟਾਰਗੇਟ ਹੋ ਗਏ। ਅੱਗੇ ਜਾ ਕੇ ਦੇਖਦੇ ਜੀ, ਅੱਗੇ ਮੰਨ ਕੇ ਤੁਹਾਡੇ ਕੋਲ ਸਮਰੀ ਆਈ ਆ। ਸਮਰੀ ਨੂੰ ਜੇ ਇੱਕ ਪਲ ਲਈ ਗਾਂਹ ਲਗਾ ਕੇ ਦੇਖੋ ਤਾਂ ਗਾਂਹ ਤੁਹਾਡੇ ਕੋਲ ਰਿਸਰਚਰਸ ਦੀ ਲਿਸਟ ਆ ਜੀ। ਤਾਂ ਰਿਸਰਚਰਸ ਨੂੰ ਫੜੋ ਜੀ। ਗਲਾਸ ਤੇ ਸਿੰਗਰ, ਉਹ ਕਹਿਣਗੇ ਬਰੌਡ ਬੈਟ ਹੋ ਗਿਆ, ਫਰੈਂਕਲਮੈਨ ਤੇ ਗਲਾਸ, ਕੋਰਨ ਹੋ ਗਿਆ, ਤੇ ਆ ਹੈਗਾ ਨਨ ਆਫ ਅਬਵ। ਤੇ ਜਾ ਕੇ ਧਿਆਨ ਨਾਲ ਦੇਖਿਓ ਜੀ, ਪਹਿਲੇ ਨੰਬਰ ਤੇ ਆਪਣਾ ਜੋ ਹੈ ਤਾਂ ਉਹ ਆਪਾਂ ਇਹਦੇ ਤੇ ਆਹ ਵਾਲਾ ਆਪਣਾ ਪਹਿਲੇ ਨੰਬਰ ਤੇ ਪਿਆ ਜੀ। ਅੱਗੇ ਜਾ ਕੇ ਜੇ ਤੁਸੀਂ ਦੇਖੋ ਤਾਂ ਆ ਤੁਹਾਡਾ ਬਰੌਡ ਬੈਟ ਪਿਆ ਜੀ। ਅੱਗੇ ਜਾ ਕੇ ਤੁਸੀਂ ਦੇਖੋ ਤਾਂ ਆ ਤੁਹਾਡਾ ਫਰੈਂਕਲਿਨ ਜਿਹੜਾ ਉਹ ਨਾਮ ਲਿਖਿਆ ਪਿਆ ਸੀ ਉਹ ਪਿਆ ਜੀ। ਅੱਗੇ ਜਾ ਕੇ ਦੇਖੋ ਤਾਂ ਗਲਾਸ ਤੇ ਸਿੰਗਰ ਦੀ ਗੱਲ ਦੂਰੀ ਵਾਰੀ ਫੇਰ ਹੋਈ, ਸ਼ਾਇਦ ਇਹ ਦੋ ਦਾ ਨਾ ਲਾਇਆ ਪਿਆ ਹੋਵੇ ਉਹਨਾਂ ਨੇ। ਤਾਂ ਤੁਸੀਂ ਨੈਕਸਟ ਜਾ ਕੇ ਜੇ ਦੇਖੋਗੇ ਤਾਂ ਤੁਹਾਨੂੰ ਇਹਨਾਂ ਵਿੱਚੋਂ ਕਿਤੇ ਵੀ ਕਿਸੇ ਦਾ ਨਾਮ ਆ ਜਿਹੜਾ ਉਹ ਨਹੀਂ ਲੱਭ ਰਿਹਾ ਜੀ, ਕਿਤੇ ਵੀ ਨਹੀਂ ਲੱਭ ਰਿਹਾ। ਅੱਗੇ ਜਾ ਕੇ ਦੇਖਦੇ ਹਾਂ ਜੀ ਤਾਂ ਇੱਥੇ ਆਪਣੇ ਕੋਲੇ ਗਲਾਸ ਤੇ ਸਿੰਗਰ ਫਿਰ ਪਿਆ ਤੀਜੇ ਨੰਬਰ ਤੇ, ਫਿਰ ਆ ਗਏ। ਇੱਥੋਂ ਵੀ ਪੜ੍ਹਨਾ ਪੈਣਾ ਜੀ। ਅੱਗੇ ਜਾ ਕੇ ਕੋਰਨ ਆਪਣੇ ਕੋਲੇ ਆ ਪਿਆ ਵਾ, ਇਹਦੀ ਲੋਕੇਸ਼ਨ ਆਪਣੇ ਕੋਲੇ ਇੱਥੋਂ ਮਿਲ ਗਈ ਤੇ ਕੋਰਨ ਇੱਥੋਂ ਵੀ ਪਿਆ ਵਾ। ਹੋ ਸਕਦਾ ਕੋਰਨ ਵੀ ਦੋ ਦਾ ਹੋਵੇ ਤੇ ਆਪਣੇ ਕੋਲੇ ਸਟਾਰ ਇਹਦੇ ਤੇ ਵੀ ਕਰ ਲੈਣਾ ਜੀ। ਸੋ ਸਾਰੇ ਰਾਈਟਰਸ ਦੇ ਨਾਮ ਤੇ ਮਲਟੀਪਲ ਸਾਰਿਆਂ ਨੂੰ ਮੈਂ ਕੀ ਕਰਤਾ ਜੀ, ਸਕੈਨ ਕਰ ਲਿਆ। ਤੇ ਪਿੱਛੋਂ ਜਿਹੜੀ ਆਪਣੀ ਚੀਜ਼ ਬਚੀ ਆ ਤਾਂ ਉਹ ਕਿਹੜੀ ਚੀਜ਼ ਬਚੀ ਆ? ਹੁਣ ਆਪਾਂ ਚੱਲਦੇ ਹਾਂ ਜੀ ਆਪਣੀ ਸਮਰੀ ਤੇ। ਸਮਰੀ ਦੇ ਵਿੱਚ ਟਾਰਗੇਟਡ ਵਰਡ 1972 ਹੋ ਸਕਦਾ ਜੀ। ਤੇ ਸਭ ਤੋਂ ਪਹਿਲਾਂ ਮੈਂ ਇਹ ਦੇਖਾਂ ਕਿ ਸਮਰੀ ਸੀਕੁਐਂਸ ਦੇ ਵਿੱਚ ਹੈਗੀ ਆ ਜੇ ਨਹੀਂ ਹੈਗੀ ਜੀ। ਕਿਵੇਂ ਪਤਾ ਲੱਗੂਗਾ? ਪਹਿਲਾ ਕੁਐਸਚਨ ਪੜ੍ਹ ਕੇ ਦੂਸਰਾ ਪੜ੍ਹਨਾ ਪੈਣਾ ਵੀ ਕੀ ਕੋਈ ਕਨੈਕਸ਼ਨ ਇਹਨਾਂ ਦੇ ਵਿੱਚ ਹੈਗਾ, ਕੋਈ ਪ੍ਰੋਨਾਊਨ ਵਗੈਰਾ ਕੰਮ ਕਰ ਰਿਹਾ ਵਾ। ਤਾਂ ਕਹਿੰਦੇ ਗਲਾਸ ਤੇ ਸਿੰਗਰ ਜਿਹੜਾ ਹੈਗਾ ਵਾ, ਇਹਨਾਂ ਨੇ ਸ਼ੋਅ ਕੀਤੀ ਸਿਚੁਏਸ਼ਨ ਜਿਹਦੇ ਵਿੱਚ ਬਹੁਤ ਇੰਟੈਂਸ ਸਾਊਂਡ ਸੀਗਾ ਜੀ। ਤਾਂ ਓਕੇ, ਪਰਫਾਰਮ ਦੈਨ ਸਰਕਮਸਟੈਂਸਸ ਇਨ ਵਿਚ ਨੋਇਸ ਅਕਰ।
ਅੱਗੇ ਜਾ ਕੇ ਕਿਸੇ ਸਬਜੈਕਟਸ ਦੀ ਗੱਲ, ਸਬਜੈਕਟਸ ਵਰ ਡਿਵਾਈਡਡ ਇਨਟੂ ਗਰੁੱਪਸ, ਸਬਜੈਕਟਸ ਨੂੰ ਗਰੁੱਪ ਦੇ ਵਿੱਚ ਡਿਵਾਈਡ ਕੀਤਾ ਗਿਆ ਸੀਗਾ। ਕਿਤੇ ਵੀ ਇਹਦੇ ਵਿੱਚ ਪ੍ਰੋਨਾਊਨ ਨਹੀਂ ਲਾਇਆ ਹੋਇਆ ਜੀ ਉੱਪਰ ਵਾਲੇ ਦਾ, ਆਲ ਗਰੁੱਪਸ। ਤੇ ਅੱਗੇ ਜਾ ਕੇ ਦੇਖੀਏ 6ਵੇਂ ਚ ਦਾ ਪ੍ਰੈਡਿਕਟੇਬਲ ਨੋਸ, ਕੋਈ ਹੋਰ ਹੀ ਸਬਜੈਕਟ ਸਟਾਰਟ ਹੋ ਗਿਆ ਜੀ। ਨੈਕਸਟ ਵਾਲੇ ਵਿੱਚ ਜਾ ਕੇ ਦੇਖਾਂ ਜੀ ਤਾਂ ਨੈਕਸਟ ਵਾਲਾ ਜ਼ਰੂਰ ਹੈਗਾ ਜੀ, ਨੈਕਸਟ ਵਾਲੇ ਦਾ ਪਿਛਲੇ ਦੇ ਨਾਲ ਰਿਲੇਸ਼ਨ ਬਣਾਇਆ ਵਾ ਕਿਤੇ ਨਾ ਕਿਤੇ ਦੇ ਵਰਡ, ਯਾਨੀ ਕਿ 6ਵਾਂ ਤੇ 7ਵਾਂ ਸੀਕੁਐਂਸ ਦੇ ਵਿੱਚ ਜ਼ਰੂਰ ਹੋ ਸਕਦੇ ਆ, 6ਵਾਂ ਤੇ 7ਵਾਂ ਜੀ। 8ਵੇਂ ਚ ਕੀ ਕਿਹਾ ਦਾ ਗਰੁੱਪ ਵਿੱਚ ਹੈਡ ਬੀਨ, ਨਹੀਂ ਜੀ ਨਵੀਂ ਜੀ ਚੀਜ਼ ਸਟਾਰਟ ਹੋਈ ਆ, ਕਿਤੇ ਪ੍ਰੋਨਾਊਨ ਨਹੀਂ ਹੋਇਆ। ਤਾਂ 6ਵਾਂ ਤੇ 7ਵਾਂ ਭਾਵੇਂ ਇੱਕ ਦੂਸਰੇ ਦੇ ਥੱਲੇ ਹੋਣ, ਬਾਕੀ ਸਾਰੇ ਰੈਂਡਮ ਹੋ ਸਕਦੇ ਆ ਜੀ। ਤੇ ਹੁਣ ਰੈਂਡਮ ਦੇ ਵਿੱਚ ਆਪਾਂ ਨੂੰ ਕੋਈ ਨਾ ਕੋਈ ਵਰਡ ਤਾਂ ਇਦਾਂ ਦੇ ਚਾਹੀਦੇ ਆ ਜੀ। ਪਹਿਲੇ ਵਿੱਚ ਜਿਵੇਂ 1972 ਵਰਡ ਜੀ, ਕਿਤੇ ਨਾ ਕਿਤੇ ਜਾ ਕੇ ਜਿਵੇਂ ਪ੍ਰੈਡਿਕਟੇਬਲ ਨੋਇਸ ਕੀਵਰਡ ਹੋ ਸਕਦਾ ਜੀ, ਕੋਈ ਇਦਾਂ ਦਾ ਵਰਡ ਜਿਹੜਾ ਬਦਲਿਆ ਨਾ ਜਾ ਸਕੇ। ਤਾਂ ਉਹ ਅੱਗੇ ਜਾ ਕੇ ਇੱਕ ਵਰਡ ਲਿਖਿਆ ਪਿਆ ਜੀ ਪ੍ਰੂਫ ਰੀਡਿੰਗ। ਪ੍ਰੂਫ ਰੀਡਿੰਗ ਇੱਕ ਇਦਾਂ ਦਾ ਵਰਡ ਆ ਜਿਹੜਾ ਬਦਲਣ ਦੀ ਸੰਭਾਵਨਾ ਬਹੁਤ ਘੱਟ ਹੈ ਜੀ। ਬਾਕੀ ਜਾ ਕੇ ਜੀ ਇਹਨਾਂ ਨੇ ਸਾਰੇ ਬਦਲ ਦੇਣੇ ਜੀ। ਆ ਫੈਟੀਗ ਵਰਡ, ਵੈਸੇ ਫਟੀਕ ਵੀ ਯਾਨੀ ਕਿ ਲਥਾਰਜਿਕ ਕਹਿ ਸਕਦੇ ਆ, ਟਾਇਰਡ ਕਹਿ ਸਕਦੇ ਆ, ਇਦਾਂ ਦੇ ਜੀ। ਤਾਂ ਪ੍ਰੂਫ ਰੀਡਿੰਗ ਵਰਡ ਮਿਲਿਆ ਜੀ ਆਪਾਂ ਨੂੰ, ਜਾਂ 1972 ਮਿਲਿਆ ਜੀ। ਤੇ ਸੀਕੁਐਂਸ ਚ ਕਿਹੜੇ ਹੋ ਸਕਦੇ ਆ, 6ਵਾਂ ਤੇ 7ਵਾਂ ਹੀ ਹੋ ਸਕਦੇ ਆ, ਬਾਕੀਆਂ ਦੀ ਕੋਈ ਗਰੰਟੀ ਨਹੀਂ ਜੀ। ਤਾਂ ਜੇ ਆਪਾਂ ਜਾ ਕੇ ਦੇਖੀਏ ਜੀ ਤਾਂ ਮਲਟੀਪਲ ਤੋਂ ਐਗਜ਼ੈਕਟ ਨੀਚੇ ਤੁਹਾਡੇ ਕੋਲੇ ਕੀ ਪਈਆਂ ਵਾ, ਬਲੈਂਕਸ ਪਈਆਂ, ਇਹ ਸਮਰੀ ਪਈ ਆ। ਯਾਨੀ ਕਿ ਮਲਟੀਪਲ ਜੇ ਤੁਹਾਡੇ ਇੱਥੇ ਖਤਮ ਹੋ ਰਹੇ ਆ, ਇੱਥੇ, ਇਹਦਾ ਮਤਲਬ ਇਹਨਾਂ ਨੂੰ ਕਿੱਥੋਂ ਸਕੈਨ ਕਰਨਾ ਸ਼ੁਰੂ ਕਰਨਾ ਚਾਹੀਦਾ, ਇੱਥੋਂ ਸਕੈਨ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਜੀ ਆਪਾਂ ਨੂੰ। ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਵਰਡ ਫਾਈਂਡ ਆਊਟ ਕਰਕੇ ਦੇਖਦੇ ਆ। ਇੱਕ ਤਾਂ 1972 ਸੀਗਾ ਆਪਣੇ ਕੋਲੇ ਜੀ, 1972। ਤਾਂ ਇੱਥੇ ਆਪਣੇ ਕੋਲੇ 1972 ਵਰਡ ਆ ਪਿਆ ਜੀ ਇੱਕ ਜਗ੍ਹਾ ਤੇ ਜੀ, ਇੱਥੇ। ਤੇ ਇੱਕ ਵਰਡ ਆਪਾਂ ਨੂੰ ਜਿਵੇਂ ਪ੍ਰੈਡਿਕਟੇਬਲ ਹੋ ਗਿਆ, ਤਾਂ ਉੱਥੇ ਇੱਕ ਵਰਡ ਪਿਆ ਜੀ ਪ੍ਰੈਡਿਕਟੇਬਿਲਿਟੀ, ਆਹ ਵਾਲਾ ਵਰਡ ਪਿਆ ਜੀ। ਯਾਨੀ ਕਿ ਆਪਣੀ ਸਮਰੀ ਵੀ ਇਹਨਾਂ ਦੇ ਵਿੱਚ ਹੀ। ਉੱਥੇ ਸਰਕਮਸਟੈਂਸਸ ਵਰਡ ਪਿਆ ਜੀ, ਆ ਆਪਣੇ ਕੋਲੇ ਸਰਕਮਸਟੈਂਸਸ ਵਰਡ ਪਿਆ ਜੀ। ਉੱਥੇ ਉਹਨਾਂ ਨੇ ਪ੍ਰੂਫ ਰੀਡਿੰਗ ਵਰਡ ਲਿਖਿਆ ਸੀਗਾ ਜੀ ਇੱਕ, ਪ੍ਰੂਫ ਰੀਡਿੰਗ। ਆ ਦੇਖੋ ਜੀ ਪ੍ਰੈਡਿਕਟੇਬਲ ਨੋਇਸਸ ਆਪਣੇ ਕੋਲੇ ਫੇਰ ਆ ਗਿਆ ਜੀ। ਤਾਂ ਕਿਤੇ ਨਾ ਕਿਤੇ ਉਹਨਾਂ ਨੇ ਪ੍ਰੂਫ ਰੀਡਿੰਗ ਵਰਡ ਕਿਹਾ ਸੀ ਇੱਕ ਜਗ੍ਹਾ ਤੇ। ਜੇ ਆਪਾਂ ਨੂੰ ਪ੍ਰੂਫ ਰੀਡਿੰਗ ਵਰਡ ਲੱਭਦਾ ਵਾ ਤਾਂ ਸਮਝ ਲਓ ਆਪਣੀ ਕਾਫੀ ਜ਼ਿਆਦਾ ਹੈਲਪ ਹੋ ਜਾਂਦੀ ਹੈ ਜੀ। ਜੇ ਆ ਦੇਖੋ ਧਿਆਨ ਨਾਲ, ਆ ਫਟੀਗ ਵਰਡ ਪਿਆ ਆਪਣੇ ਕੋਲੇ, ਆ ਆਪਣੇ ਕੋਲੇ ਪਿਆ ਜੀ ਪ੍ਰੂਫ ਰੀਡਿੰਗ। ਇਹਦਾ ਮਤਲਬ ਕੀ ਆ, ਤੁਹਾਡੀ ਸਮਰੀ ਕਿੱਥੇ ਆ, ਇੱਥੋਂ ਤੋਂ ਲੈ ਕੇ ਤੇ ਇੱਥੋਂ ਤੱਕ ਤੁਹਾਡੀ ਸਾਰੀ ਜਗ੍ਹਾ ਦੇ ਵਿੱਚ ਸਮਰੀ ਨੂੰ ਕੈਦ ਕਰਕੇ ਰੱਖਿਆ ਹੋਇਆ ਜੀ। ਇੱਥੋਂ ਤੋਂ ਇੱਥੋਂ ਤੱਕ ਕੀ ਆ, ਤੁਹਾਡੇ ਮਲਟੀਪਲ ਆ ਜੀ। ਤੇ ਗਾਂ ਵਾਲੇ ਪੇਜ ਤੇ ਜਾ ਕੇ ਤੇ ਆ ਜਿਹੜੇ ਵਿੱਚ ਆ ਨਾਮ ਆਪਣੇ ਰਾਉਂਡ ਕੀਤੇ, ਇੱਥੇ ਤੁਹਾਡੇ ਕੀ ਫਿਰਦੇ ਆ, ਰਾਈਟਰਸ ਦੇ ਨੇਮ ਫਿਰਦੇ ਆ ਜੀ। ਤੇ ਯੈਸ ਸਰ ਨੂੰ ਦੱਸ ਦਿਓ, ਪਤਾ ਲੱਗ ਗਿਆ ਜੀ ਸਰ? ਕਲੀਅਰ ਹੈ ਜੀ ਸਰ? ਯੈਸ ਸਰ। ਹਾਂਜੀ ਯੈਸ ਜੀ। ਸਰ। ਤਾਂ ਜਦੋਂ ਹੁਣ ਤੁਸੀਂ ਸਕੈਨ ਕਰ ਲੈਂਦੇ ਹੋ, ਹੁਣ ਤੁਹਾਡਾ ਕੰਮ ਜਸਟ ਪੜ੍ਹਨ ਵਾਲਾ ਰਹਿ ਜਾਂਦਾ ਜੀ। ਸਕੈਨ ਕਰਨ ਤੋਂ ਬਾਅਦ ਚੋਂ ਹੋਰ ਕੋਈ ਵੀ ਚੀਜ਼ ਮਾਇਨੇ ਨਹੀਂ ਰੱਖਦੀ। ਲੋਕੇਸ਼ਨਸ ਤੁਹਾਡੀਆਂ ਲੱਭੀਆਂ ਪਈਆਂ, ਜਸਟ ਤੁਸੀਂ ਹੁਣ ਲੱਭਣੇ ਹੁੰਦੇ ਆ ਜੀ। ਤਾਂ ਪਹਿਲੇ ਵਿੱਚ ਜਾ ਕੇ ਦੇਖੀਏ ਤਾਂ ਕੀ ਕਹਿੰਦੇ ਜੀ, ਰਾਈਟਰ ਕਹਿੰਦੇ ਸੁਜੈਸਟ ਕਰਦਾ ਵਾ ਜੀ, ਕੀ ਸੁਜੈਸਟ ਕਰਦਾ, the writer suggests that people may have difficulty sleeping in the mountain। ਕਹਿੰਦੇ ਜੀ ਰਾਈਟਰ ਸੁਜੈਸਟ ਕਰਦਾ ਵੀ ਲੋਕਾਂ ਨੂੰ ਸ਼ਾਇਦ ਡਿਫਿਕਲਟੀ ਹੋ ਸਕਦੀ ਆ ਸੌਣ ਦੇ ਵਿੱਚ, ਮਾਊਂਟੇਨਸ ਦੇ ਵਿੱਚ। ਵੀ ਜੇ ਆਪਾਂ ਲੋਕਾਂ ਨੂੰ ਪਹਾੜਾਂ ਤੇ ਜਾ ਕੇ ਸੌਣ ਦੀ ਕੋਸ਼ਿਸ਼ ਕਰੀਏ ਤਾਂ ਉਹਨਾਂ ਨੂੰ ਡਿਫਿਕਲਟੀ ਹੋ ਸਕਦੀ ਹੈ, ਕਿਉਂਕਿ ਆਹ ਚਾਰੇ ਕਾਰਨ ਆ ਜੀ। ਤੇ ਹੁਣ ਤੁਸੀਂ ਜਾ ਕੇ ਦੇਖਣਾ ਕਿ ਤੁਹਾਡੇ ਕਿਤੇ ਨਾ ਕਿਤੇ ਉਹਦੀ ਕਾਰਨ ਵਾਲੀ ਲਾਈਨ ਨੂੰ ਤੁਸੀਂ ਫੜ ਲੈਣਾ ਜੀ। ਜੇ ਤੁਹਾਡਾ ਆ ਸਲੀਪਿੰਗ ਪਿਆ ਵਾ, ਆ ਮਾਊਂਟੇਨ ਪਿਆ, ਤੇ ਮੈਂ ਤੁਹਾਨੂੰ ਕਹਿ ਰਿਹਾ ਜੀ ਆ ਤੁਹਾਡਾ ਬਿਕੋਜ਼ ਪਿਆ, ਤਾਂ ਤੁਹਾਡਾ ਆਨਸਰ ਆਹ ਵਾਲੀ ਲਾਈਨ ਚ ਹੈ ਜੀ। ਬਸ ਆਹ ਵਾਲੀ ਲਾਈਨ ਜੋ ਹੈ ਇਹ ਤੁਹਾਡਾ ਆਨਸਰ ਹੈ ਜੀ, ਹੋਰ ਕੋਈ ਵੀ ਆਨਸਰ ਨਹੀਂ। ਤੁਸੀਂ ਚਾਹੇ ਉਹਨੂੰ ਉੱਤੋਂ ਵੀ ਪੜੋ ਨਾ ਪੜੋ, ਮਾਇਨੇ ਨਹੀਂ ਰੱਖਦਾ ਜੀ। ਤਾਂ ਪਰ ਤੁਹਾਡਾ ਆਹ ਵਾਲਾ ਇੱਥੋਂ ਰੀਜ਼ਨ ਸਟਾਰਟ ਹੁੰਦਾ ਜੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਐਂਡ ਮੋਸਟ ਆਫ ਅਸ, ਇਹਦਾ ਮਤਲਬ ਕੀ ਆ, ਪੀਪਲ ਜੀ। ਜਸਟ ਘੁਮਾ ਰਿਹਾ ਵਾ ਲੈਂਗੁਏਜ ਨੂੰ। ਲੋਕ ਜਿਹੜੇ ਹੈ ਜੀ, ਕਹਿੰਦੇ ਉਹ ਕੀ ਹੈ ਜੀ, ਉਹਨਾਂ ਨੂੰ ਐਡਜਸਟ ਕਰਨੀ ਪੈਂਦੀ ਸਲੀਪਿੰਗ। ਇਹਦਾ ਮਤਲਬ ਕੀ ਹੈ, ਡਿਫਿਕਲਟੀ ਆਉਂਦੀ ਹੈ। ਐਡਜਸਟਮੈਂਟ ਕਦੋਂ ਕਰਦੇ ਹੁੰਦੇ, ਜਦੋਂ ਕੋਈ ਚੀਜ਼ ਔਖੀ ਲੱਗਦੀ ਹੋਵੇ। ਕਿੱਥੇ, ਮਾਊਂਟੇਨ ਦੇ ਵਿੱਚ। ਆਹ ਤੁਹਾਡਾ ਰੀਜ਼ਨ ਹੈ ਜੀ। ਕਿਉਂਕਿ ਰੀਜ਼ਨ ਕੀ ਆ, ਕਹਿੰਦੇ ਇਟ ਵਾਜ਼ ਇਨੀਸ਼ੀਅਲੀ ਟੂ ਕੁਆਇਟ, ਕਿਉਂਕਿ ਇਹ ਬਹੁਤ ਜ਼ਿਆਦਾ ਸ਼ਾਂਤ ਆ ਸ਼ੁਰੂ ਚ। ਲੋਕਾਂ ਨੂੰ ਪਹਾੜਾਂ ਤੇ ਆਪਾਂ ਲੈ ਜਾਈਏ ਤਾਂ ਉੱਤੇ ਤਾਂ ਸ਼ਾਂਤੀ ਬਹੁਤ ਜ਼ਿਆਦਾ ਹੈ ਜੀ।
an experience that suggests that ਇਹਦੇ ਤੇ ਪਤਾ ਲੱਗਦਾ humans are capable ਲੋਕਾਂ ਦੀ ਹੁਣ capability ਆ of adapting to a wide range of noise levels ਕਹਿੰਦੇ ਲੋਕਾਂ ਨੂੰ ਦੱਸੋ ਨੀਂਦ ਕਾਹਤੋਂ ਨਹੀਂ ਆਉਣੀ ਉੱਥੇ ਕਿਉਂਕਿ ਉੱਥੇ ਤਾਂ ਸ਼ਾਂਤੀ ਬਹੁਤ ਜ਼ਿਆਦੇ ਆ ਜ਼ਿਆਦਾ ਸ਼ਾਂਤੀ ਹੋਣ ਕਰਕੇ ਵੀ ਨੀਂਦ ਨਹੀਂ ਆ ਸਕਦੀ ਆ ਦੇਖੋ ਤੁਹਾਡੇ ਸਾਹਮਣੇ ਲਿਖਿਆ ਪਿਆ ਕਹਿੰਦੇ ਜੀ ਪਹਾੜਾਂ 'ਚ ਨੀਂਦ ਨਾ ਆਉਣ ਦਾ ਕਾਰਨ ਕੀ ਹੈ ਕਿਉਂਕਿ ਇਹ ਤਾਂ ਸ਼ੁਰੂ 'ਚ ਸ਼ਾਂਤੀ ਬਹੁਤ ਹੈ ਜੀ ਕਹਿੰਦੇ ਇੱਥੋਂ ਪਤਾ ਲੱਗਦਾ ਵੀ ਲੋਕੀ ਕੈਪੇਬਲ ਆ ਹੁਣ ਜ਼ਿਆਦੇ ਵਾਇਸ ਸੁਣਨ ਦੇ ਕੈਪੇਬਲ ਆ ਤੇ ਜੇ ਬਾਹਲੀ ਸ਼ਾਂਤੀ ਹੋਵੇ ਉੱਥੇ ਵੀ ਨੀ ਨੀਂਦ ਆਉਂਦੀ ਜਾ ਕੇ ਦੇਖਦੇ ਜੀ ਪਹਾੜਾਂ ਵਿੱਚ ਨਾ ਨੀਂਦ ਆਉਣ ਦਾ ਕਾਰਨ ਆਪਾਂ ਪੜ੍ਹਿਆ ਏ ਉਧਰੋਂ ਪਹਿਲੇ 'ਚ ਕੀ ਕਹਿੰਦੇ ਜੀ ਪੀਪਲ ਡੂ ਨੋਟ ਪ੍ਰੈਫਰ ਪੀਸ ਲੋਕੀ ਕਹਿੰਦੇ ਜੀ ਸ਼ਾਂਤੀ ਨੂੰ ਪ੍ਰੈਫਰ ਨਹੀਂ ਕਰਦੇ ਐਂਡ ਕੁਆਇਟ ਟੂ ਨੋਇਸ ਉਹ ਕਹਿੰਦੇ ਕਿ ਨੋਇਸ ਕਹਿੰਦੇ ਜੀ ਲੋਕੀ ਕਹਿੰਦੇ ਸ਼ਾਂਤੀ ਨੂੰ ਪ੍ਰੈਫਰ ਨਹੀਂ ਕਰਦੇ ਐਂਡ ਕੁਆਇਟ ਟੂ ਨੋਇਸ ਦੇਖੋ ਇੰਨਾ ਤਾਂ ਜ਼ਰੂਰ ਦੇਖੋ ਉਹਨਾਂ ਨੇ ਏਦਾਂ ਕਿਤੇ ਨਹੀਂ ਕਿਹਾ ਵੀ ਲੋਕੀ ਸ਼ਾਂਤੀ ਨੂੰ ਪ੍ਰੈਫਰ ਨਹੀਂ ਕਰਦੇਗੇ ਅੱਗੇ ਜਾ ਕੇ ਲਿਖਿਆ ਪਿਆ ਕੁਆਇਟ ਟੂ ਨੋਇਸ ਇਹਨੂੰ ਆਪਾਂ ਡਾਊਟ ਤੇ ਜ਼ਰੂਰ ਰੱਖ ਸਕਦੇ ਹਾਂ ਜੀ ਬਟ ਹਾਲੇ ਇਹ ਥੋੜਾ ਜਿਹਾ ਆਪਾਂ ਨੂੰ ਸੈਟੀਸਫਾਈ ਜੇ ਨਹੀਂ ਕਰ ਰਿਹਾ ਗਾ ਅੱਗੇ ਜਾ ਕੇ ਦੇਖਦੇ ਹਾਂ ਦੇ ਮੇ ਬੀ ਐਕਸਪੋਜ਼ ਟੂ ਸ਼ਾਰਟ ਬਸਟ ਉਹ ਸ਼ਾਇਦ ਉਹ ਕਹਿੰਦੇ ਸ਼ਾਰਟ ਬਸਟ ਨੂੰ ਐਕਸਪੋਜ਼ ਹੁੰਦੇ ਆ ਵੈਰੀ ਸਟ੍ਰੇਂਜ ਸਾਊਂਡ ਏਦਾਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਹਿਊਮਨ ਕਹਿੰਦੇ ਪ੍ਰੈਫਰ ਕਰਦੇ ਆ ਕਿਹਨੂੰ ਜੀ ਸਰਟਨ ਅਮਾਉਂਟ ਆਫ ਨੋਇਸ ਕੁਝ ਕੁ ਅਮਾਉਂਟ ਆਫ ਨੋਇਸ ਆ ਜਿਨ੍ਹਾਂ ਨੂੰ ਉਹ ਪ੍ਰੈਫਰ ਕਰਦੇ ਆ ਜਦੋਂ ਉਹ ਸੁੱਤੇ ਪਏ ਹੁੰਦੇ ਆ ਤੇ ਰੀਡਿੰਗ ਨੇ ਇਦਾਂ ਤਾਂ ਜ਼ਰੂਰ ਕਿਹਾ ਜੀ ਲੋਕੀ ਕੈਪੇਬਲ ਆ ਵਾਈਡ ਰੇਂਜ ਆਫ ਨੋਇਸਸ ਦੇ ਵਾਈਡ ਰੇਂਜ ਇਹਨਾਂ ਨੇ ਕਿਹਾ ਜੀ ਲੋਕੀ ਪ੍ਰੈਫਰ ਕਰਦੇ ਆ ਕੁਝ ਖਾਸ ਤਰ੍ਹਾਂ ਦੀ ਨੋਇਸ ਆ ਸਰਟਨ ਦਾ ਮਤਲਬ ਕੀ ਹੋ ਗਿਆ ਸਪੈਸਿਫਿਕ ਤਾਂ ਇਦਾਂ ਤਾਂ ਕਿਤੇ ਨਹੀਂ ਕਿਹਾ ਆਪਾਂ ਨੂੰ ਰੀਡਿੰਗ ਆਪਾਂ ਨੂੰ ਇਦਾਂ ਤਾਂ ਕਿਹਾ ਹੀ ਨਹੀਂ ਕਿ ਸਰਟਨ ਨੋਇਸ ਆ ਜੀ ਸਰਟਨ ਦਾ ਮਤਲਬ ਤਾਂ ਸਪੈਸਿਫਿਕ ਹੋ ਗਿਆ ਕਿ ਜੀ ਖਾਸ ਤਰ੍ਹਾਂ ਦੀ ਨੋਇਸ ਨੂੰ ਲੋਕੀ ਸੁਣਦੇ ਆ ਜਦੋਂ ਉਹ ਸੁਣਦੇ ਆ ਤਾਂ ਖਾਸ ਤਰ੍ਹਾਂ ਦੀ ਕਿਤੇ ਨਹੀਂ ਕਿਹਾ ਜੀ ਉਹਨਾਂ ਨੇ ਤਾਂ ਵਾਈਡ ਰੇਂਜ ਕਿਹਾ ਵਾ ਆ ਤਾਂ ਕੰਟਰਾਡਿਕਟ ਕਰ ਗਏ ਇੱਕ ਦੂਜੇ ਨੂੰ ਵਾਈਡ ਰੇਂਜ ਤੇ ਸਰਟਨ ਅਮਾਉਂਟ ਇੱਕ ਦੂਸਰੇ ਦੇ ਕੰਟਰਾਡਿਕਟਰੀ ਹੈ ਕਹਿੰਦੇ ਦੇ ਮੇ ਹੈਵ ਅਡਾਪਟਡ ਟੂ ਏ ਹਾਇਰ ਨੋਇਸ ਲੈਵਲ ਇਨ ਦਾ ਸਿਟੀ ਕਹਿੰਦੇ ਜੀ ਲੋਕਾਂ ਨੂੰ ਨੀਂਦ ਤਾਂ ਨਹੀਂ ਆਉਂਦੀ ਕਿ ਸ਼ਾਇਦ ਉਹ ਅਡਾਪਟ ਕਰ ਚੁੱਕੇ ਆ ਹੁਣ ਕੀ ਹਾਇਰ ਨੋਇਸਸ ਨੂੰ ਅਡਾਪਟ ਕਰ ਚੁੱਕੇ ਆ ਸਿਟੀਆਂ ਦੇ ਵਿੱਚ ਜੀ ਤਾਂ ਤੁਹਾਨੂੰ ਉਹਨਾਂ ਨੇ ਕੀ ਕਿਹਾ ਜੀ ਵਾਪਸ ਚੱਲੋ ਥੋੜਾ ਜਿਹਾ ਜੀ ਤਾਂ ਤੁਹਾਨੂੰ ਉਹਨਾਂ ਨੇ ਇੱਥੇ ਕੀ ਕਿਹਾ ਸੀਗਾ ਜੀ ਕਿਉਂਕਿ ਜੀ ਸ਼ੁਰੂਆਤ ਵਿੱਚ ਬਹੁਤ ਸ਼ਾਂਤ ਸੀਗਾ ਜੀ ਤੇ ਲੋਕ ਤਾਂ ਕਹਿੰਦੇ ਜੀ ਹੁਣ ਜਾਣੀ ਕਿ ਅਡਾਪਟ ਕਰ ਚੁੱਕੇ ਆ ਵਾਈਡ ਰੇਂਜ ਆਫ ਜਿਹੜੇ ਲੈਵਲਸ ਹੈਗੇ ਆ ਜੀ ਹਾਂਜੀ ਜੀ ਕੀ ਲੱਗ ਰਿਹਾ ਜੀ ਤੁਹਾਨੂੰ ਕੋਈ ਕਲੋਜ਼ ਲੱਗ ਰਿਹਾ ਹੋਵੇ ਜੀ ਡੀ ਸਰ ਡੀ ਵਾਲਾ ਲੱਗ ਰਿਹਾ ਡੀ ਹੈ ਜੀ ਆਂਸਰ ਲੱਗ ਰਿਹਾ ਜੀ ਨਹੀਂ ਸਰ ਲੱਗ ਰਿਹਾ ਨੀ ਜੀ ਹੈਗਾ ਹੀ ਹੈ ਜੀ ਇੱਕ ਬੀ ਕਹਿ ਰਹੇ ਹੋ ਕਿ ਡੀ ਕਹਿ ਰਹੇ ਹੋ ਜੀ ਹਾਂਜੀ ਸਰ ਡੀ ਹੈ ਜੀ ਡੀ ਹਾਂਜੀ ਹੁਣ ਆਪਾਂ ਜਾ ਕੇ ਦੋਨਾਂ ਚੋਂ ਦੇਖਦੇ ਹਾਂ ਕਿ ਦੋਨਾਂ ਦੇ ਵਿੱਚੋਂ ਇੱਕ ਤਾਂ ਆਪਾਂ ਨੂੰ ਸਿਲੈਕਟ ਕਰਨਾ ਹੀ ਪੈਣਾ ਤਾਂ ਇਹਦੇ ਚ ਉਹਨਾਂ ਨੇ ਕਿਹਾ ਕਿ ਲੋਕੀ ਜੀ ਹਾਂਜੀ ਪ੍ਰੈਫਰ ਨਹੀਂ ਕਰਦੇ ਕਿਹਨੂੰ ਹਾਂਜੀ ਪ੍ਰੈਫਰ ਨਹੀਂ ਕਰਦੇ ਪੀਸ ਐਂਡ ਕੁਆਇਟ ਟੂ ਸਪੋਕਨ ਕੀ ਨੋਇਸ ਏਦਾਂ ਦੀ ਕੋਈ ਗੱਲ ਕੀਤੀ ਉਹਨਾਂ ਨੇ ਕਿ ਉਹ ਪੀਸ ਨੂੰ ਪ੍ਰੈਫਰ ਨਹੀਂ ਕਰਦੇ ਐਂਡ ਕੁਆਇਟ ਟੂ ਨੋਇਸ ਸ਼ਾਂਤ ਜੀ ਜਿਹੜੀ ਨੋਇਸ ਹੁੰਦੀ ਹੈ ਜੀ ਏਦਾਂ ਦੀ ਕੋਈ ਗੱਲ ਕਹੀ ਹੋਵੇ ਜੀ ਉਹਨਾਂ ਤੇ ਇਸ ਉਹਨਾਂ ਨੇ ਕਿਹਾ ਜੀ ਲੋਕੀ ਅਡਾਪਟ ਕਰ ਚੁੱਕੇ ਹੁਣ ਹਾਇਰ ਨੋਇਸਸ ਲੈਵਲ ਅਡਾਪਟ ਕਰ ਚੁੱਕੇ ਆ ਤੇ ਸ਼ਾਂਤੀ ਚ ਉਹਨਾਂ ਨੂੰ ਹੁਣ ਨੀਂਦ ਨਹੀਂ ਆਉਂਦੀ ਜੀ ਏਦਾਂ ਦੀ ਕੋਈ ਗੱਲ ਕੀਤੀ ਹੋਵੇ ਇਹਨਾਂ ਦੋਨਾਂ ਚੋਂ ਇਦਾਂ ਕਿਹਾ ਹੀ ਤਾਂ ਆਹ ਵਾਲੀ ਚੀਜ਼ ਕਹੀ ਹੈ ਜੀ ਭਾਵੇਂ ਇਹਦੇ ਵਿੱਚ ਸਿਟੀ ਨਹੀਂ ਵੀ ਲਿਖਿਆ ਜੀ ਹੁਣ ਇੱਥੇ ਇੱਕ ਬਹੁਤ ਵਧੀਆ ਜੀ ਗੱਲ ਆਉਂਦੀ ਹੈ ਜੀ ਕਿ ਬੱਚੇ ਕਹਿੰਦੇ ਕਿ ਸਰ ਪਹਿਰੇ ਦੇ ਵਿੱਚ ਸਿਟੀ ਤਾਂ ਲਿਖਿਆ ਨਹੀਂ ਗਿਆ ਜੀ ਕਿਤੇ ਤਾਂ ਮੈਂ ਕਹਿ ਰਿਹਾ ਜੀ ਇਹ ਵੀ ਪੋਸੀਬਿਲਿਟੀ ਹੋ ਸਕਦੀ ਹੈ ਜਾਂ ਤਾਂ ਆਸੇ-ਪਾਸੇ ਪੱਕਾ ਗੱਲ ਕੀਤੀ ਹੋਊਗੀ ਜੀ ਧਿਆਨ ਨਾਲ ਦੇਖਿਓ ਜਾਂ ਤਾਂ ਆਸੇ-ਪਾਸੇ ਪੱਕਾ ਗੱਲ ਕੀਤੀ ਹੋਊਗੀ ਜੀ ਤੇ ਜੇ ਗੱਲ ਨਹੀਂ ਕੀਤੀ ਤਾਂ ਤੁਹਾਨੂੰ ਫਿਰ ਇਹ ਦੇਖਣਾ ਪੈਣਾ ਦੇਖੋ ਕਿਤਨਾ ਕਿਤੇ ਕੋਈ ਗੱਲ ਕੀਤੀ ਹੋਵੇ ਜੀ ਪੜ੍ਹ ਕੇ ਦੇਖਿਓ ਜੀ ਸਰ ਕੰਟਰੀ ਸਾਈਡ ਕਿੱਥੇ ਲਿਖਿਆ ਜੀ ਇਹਨਾਂ ਨੇ third line or the countryside because ਹਾਂ ਬਿਲਕੁਲ ਆ ਲਿਖਿਆ ਜੀ ਬਿਲਕੁਲ ਇਹ ਚੀਜ਼ ਆਪਾਂ ਨੋਟ ਹੀ ਨਹੀਂ ਕੀਤੀ ਆ ਲਿਖਿਆ ਪਿਆ ਜੀ ਸਿਟੀ ਤੇ ਅੱਗੇ ਜਾ ਕੇ ਆ ਇਹਨਾਂ ਨੇ ਕੀ ਕਿਹਾ ਜੀ ਕੈਪੇਬਲ ਤੇ ਇੱਥੇ ਜੀ ਅਡਾਪਟਿੰਗ ਤੇ ਵਾਈਡ ਰੇਂਜ ਆਫ ਨੋਇਸ ਲੈਵਲ ਇਹਨੂੰ ਕੰਪੇਅਰ ਕੀਤਾ ਸੀ ਸ਼ਾਂਤ ਦੇ ਉਲਟ ਉਹਨਾਂ ਨੂੰ ਕਿਹੜੀਆਂ ਪਸੰਦ ਆ ਥੋੜੀ ਮੋਟੀ ਨੋਇਸ ਤਾਂ ਉਹਨੂੰ ਪਸੰਦ ਹੈ ਜੀ ਉਹਨਾਂ ਨੂੰ
ਤਾਂ ਕੀ ਹੋ ਗਿਆ ਜੀ, ਡੀ ਨੰਬਰ ਤੇ ਆਪਣਾ ਜੋ ਸੀਗਾ ਉਹ ਲੌਕ ਹੋ ਗਿਆ ਜੀ। ਤਾਂ ਧਿਆਨ ਨਾਲ ਦੇਖਿਓ ਜੀ, ਦੂਜੇ ਨੰਬਰ ਵਾਲਾ ਤੁਸੀਂ ਦੇਖਣਾ ਜੀ। ਕਹਿੰਦੇ ਜੀ ਨੋਇਸ ਐਕਸਪੈਰੀਮੈਂਟਸ ਜਿਹੜੇ ਹੈਗੇ ਆ ਉਹਨਾਂ ਵਿੱਚ ਗ੍ਰਾਸ ਨੇ ਤੇ ਸਿੰਗਰ ਨੇ ਫਾਊਂਡ ਕੀਤਾ। ਕੀ ਫਾਊਂਡ ਕੀਤਾ ਦੇਖਦੇ ਜਾ ਕੇ। ਜਿਹਦੇ ਐਕਸਪੈਰੀਮੈਂਟ ਆ ਜੀ ਉਹਨਾਂ ਵਿੱਚ ਉਹਨਾਂ ਨੇ ਫਾਊਂਡ ਕੀਤਾ। ਕੀ ਫਾਊਂਡ ਕੀਤਾ ਜੀ ਦੇਖਦੇ ਜਾ ਕੇ ਜੀ। ਤਾਂ ਆ ਪਿਆ ਜੀ ਉਹਨਾਂ ਦਾ ਨਾਮ, ਆ ਪਿਆ ਉਹਨਾਂ ਦਾ ਨਾਮ। ਕਹਿੰਦੇ ਜੀ ਇਹਨਾਂ ਨੇ ਐਕਸਪੋਜ਼ ਕੀਤਾ ਜੀ ਲੋਕਾਂ ਨੂੰ। ਐਕਸਪੋਜ਼ ਦਾ ਮਤਲਬ ਕੀ ਹੁੰਦਾ, ਫੇਸ ਕਰਾਉਣਾ। ਇਹਨਾਂ ਨੇ ਲੋਕਾਂ ਨੂੰ ਫੇਸ ਕਰਵਾਇਆ, ਲੋਕਾਂ ਨੂੰ ਐਕਸਪੀਰੀਅੰਸ ਕਰਵਾਇਆ। ਕੀ ਐਕਸਪੀਰੀਅੰਸ ਕਰਵਾਇਆ, ਸ਼ਾਰਟ ਬਸਟ ਸੀਗੀਆਂ, ਲਾਊਡ ਨੋਇਸ ਦੀਆਂ, ਬਹੁਤ ਲਾਊਡ ਨੋਇਸ ਸੀ ਉਹਦੀਆਂ, ਸ਼ਾਰਟ ਬਸਟ ਸੀ। ਸ਼ਾਰਟ ਬਸਟ ਦਾ ਮਤਲਬ ਥੋੜੇ ਥੋੜੇ ਸਮੇਂ ਦੇ ਲਈ, ਬਹੁਤ ਲੰਮੀ ਆਵਾਜ਼, ਬਹੁਤ ਲਾਊਡ ਨੋਇਸ। ਲੋਕਾਂ ਨੂੰ ਫੇਸ ਕਰਵਾਇਆ, ਲੋਕਾਂ ਨੂੰ ਆਵਾਜ਼ ਸੁਣਾਈ ਇਹਨਾਂ ਨੇ ਜੀ, ਲਾਊਡ ਨੋਇਸ ਸੀ ਉਹ ਬਟ ਉਹਦੇ ਸ਼ਾਰਟ ਬਸਟ ਸੀਗੇ। ਐਂਡ ਦੈਨ ਮੈਜ਼ਰਡ, ਬਾਅਦ ਚੋਂ ਇਹਨਾਂ ਨੇ ਇੱਕ ਚੀਜ਼ ਨੂੰ ਮੈਜ਼ਰ ਕੀਤਾ। ਮੈਜ਼ਰ ਦਾ ਮਤਲਬ ਪਤਾ ਲਾਇਆ ਜੀ। ਇਹਨਾਂ ਨੇ ਕੀ ਪਤਾ ਲਾਇਆ, ਕਿ ਉਹਨਾਂ ਦੀ ਅਬਿਲਿਟੀ ਹੈ ਜਿਹੜੀ ਟੂ ਵਰਕ, ਕੰਮ ਕਰਨ ਦੀ ਅਬਿਲਿਟੀ ਹੈ ਜਿਹੜੀ, ਆਊਟ ਪ੍ਰੋਬਲਮਸ, ਜਿਹੜੀ ਉਹਨਾਂ ਦੀ ਅਬਿਲਿਟੀ ਹੈ ਜੀ ਪ੍ਰੋਬਲਮਸ ਦੇ ਵਿੱਚ ਕੰਮ ਕਰਨ ਦੀ, ਤੇ ਜਿਹੜੀ ਉਹਨਾਂ ਦੀ ਸਾਈਕੋਲੋਜੀਕਲ ਰਿਐਕਸ਼ਨ ਆ ਉਹਨਾਂ ਦਾ ਇਹਨਾਂ ਨੇ ਪਤਾ ਲਾਇਆ। ਬਟ ਹਲੇ ਤੱਕ ਕੀ ਪਤਾ ਲਾਇਆ ਉਹ ਆਪਾਂ ਨੂੰ ਹਲੇ ਤੱਕ ਨਹੀਂ ਪਤਾ ਜੀ। ਆਪਣੇ ਕੁਐਸਚਨ ਨੇ ਪੁੱਛਿਆ ਕਿ ਇਹਨਾਂ ਨੇ ਕਿਹੜੀ ਚੀਜ਼ ਫਾਈਂਡ ਕੀਤੀ, ਉਹ ਹਲੇ ਤੱਕ ਨਹੀਂ ਪਤਾ। ਤਾਂ ਕੀ ਪਤਾ ਲਾਇਆ ਇਹਨਾਂ ਨੇ, ਧਿਆਨ ਨਾਲ ਦੇਖਿਓ। ਅਗਲੀ ਲਾਈਨ 'ਚ ਕੀ ਕਹਿੰਦੇ, the noise was quite ਉਹ ਕਹਿੰਦੇ ਕਿ disruptive at first, ਸ਼ੁਰੂਆਤ ਦੇ ਵਿੱਚ ਜਿਹੜੀ ਨੋਇਸ ਸੀਗੀ ਉਹ ਬਹੁਤ ਭਿਆਨਕ ਸੀਗੀ, ਬਹੁਤ ਲਾਊਡ ਸੀਗੀ ਜੀ, ਡਿਸਟਰਬ ਕਰਨ ਵਾਲੀ ਸੀਗੀ। ਬਟ ਕੁਝ ਕੁ ਮਿੰਟਾਂ ਦੇ ਬਾਅਦ ਚੋਂ ਸਬਜੈਕਟਸ ਕਿਹਨੂੰ ਕਹਿ ਰਹੇ ਆ ਜੀ, ਲੋਕਾਂ ਨੂੰ ਕਹਿ ਰਹੇ ਆ ਜੀ, ਜਿਨ੍ਹਾਂ ਦਾ ਐਕਸਪੈਰੀਮੈਂਟ ਕੀਤਾ ਜਾ ਰਿਹਾ ਹੁੰਦਾ। ਬਟ ਕੁਝ ਕੁ ਮਿੰਟਾਂ ਤੋਂ ਬਾਅਦ ਚੋਂ ਜਿਹੜੇ ਉਹ ਲੋਕ ਸੀਗੇ were doing just as well on their task as control subject who were not exposed to the noise। ਆ ਲਾਈਨ 'ਚ ਦਾ ਕਿਹੜੀ ਚੀਜ਼ ਇਹਨਾਂ ਨੇ ਫਾਈਂਡ ਕੀਤੀ, ਆਹ ਵਾਲੀ ਲਾਈਨ 'ਚ ਲਿਖਿਆ ਪਿਆ ਵੀ ਇਹਨਾਂ ਨੇ ਕਿਹੜੀ ਚੀਜ਼ ਦੇ ਬਾਰੇ ਪਤਾ ਲਾਇਆ ਜੀ, ਆਹ ਵਾਲੀ ਲਾਈਨ। ਕਹਿੰਦੇ ਜੀ ਜਿਹੜੀ ਨੋਇਸ ਸੀਗੀ ਉਹ ਸ਼ੁਰੂਆਤ ਵਿੱਚ ਤਾਂ ਬਹੁਤ ਡਿਸਟਰਬ ਕਰ ਦੇਣ ਵਾਲੀ ਸੀਗੀ, ਬਟ ਕੁਝ ਕੁ ਮਿੰਟਾਂ ਦੇ ਬਾਅਦ ਚੋਂ ਉਹ ਜਿਹੜੇ ਸਬਜੈਕਟ ਸੀਗੇ ਉਹ ਕਹਿੰਦੇ ਉਵੇਂ ਹੀ ਕੰਮ ਕਰਨ ਲੱਗ ਗਏ ਜਿਵੇਂ ਕਿ ਜਿਹੜੇ ਕੰਟਰੋਲਡ ਸਬਜੈਕਟ ਸੀ, ਜਿਨ੍ਹਾਂ ਨੂੰ ਅਸੀਂ ਉਹ ਵਾਲੀਆਂ ਆਵਾਜ਼ਾਂ ਨਹੀਂ ਐਕਸਪੋਜ਼ ਕਰਵਾਈਆਂ ਸੀਗੀਆਂ। ਦੋ ਗਰੁੱਪ ਹੋਣਗੇ ਜੀ, ਏ ਤੇ ਬੀ। ਕਈਆਂ ਨੂੰ ਆਵਾਜ਼ਾਂ ਐਕਸਪੀਰੀਅੰਸ ਕਰਵਾਈਆਂ ਗਈਆਂ, ਇਹਨਾਂ ਨੂੰ ਆਵਾਜ਼ਾਂ ਐਕਸਪੀਰੀਅੰਸ ਨਹੀਂ ਕਰਵਾਈਆਂ ਗਈਆਂ। ਤੇ ਇਹ ਪਤਾ ਲਾਇਆ ਗਿਆ ਕਿਹੜਾ ਏ ਗਰੁੱਪ ਸੀਗਾ ਜਿਨ੍ਹਾਂ ਨੂੰ ਆਵਾਜ਼ ਐਕਸਪੀਰੀਅੰਸ ਕਰਵਾਈ ਗਈ ਸੀਗੀ। ਸ਼ੁਰੂਆਤ ਵਿੱਚ ਜ਼ਰੂਰ ਉਹ ਤੰਗ ਹੋਏ, ਬਟ ਬਾਅਦ ਦੇ ਵਿੱਚ ਉਹ ਗਰੁੱਪ ਬੀ ਦੇ ਵਾਂਗੂ ਹੀ ਕੰਮ ਕਰਨ ਲੱਗ ਗਏ। ਇਹਦਾ ਮਤਲਬ ਬਾਅਦ ਚੋਂ ਆਵਾਜ਼ ਨੇ ਉਹਨਾਂ ਉੱਪਰ ਅਸਰ ਕਰਨਾ ਬੰਦ ਕਰਤਾ। ਚਲੋ ਜੀ ਜਾ ਕੇ ਦੇਖ ਕੇ ਆਉਂਦੇ ਵੀ ਕੀ ਕੋਈ ਮੈਚ ਹੁੰਦਾ ਜੀ। ਅੱਛਾ, ਕਹਿੰਦੇ ਜੀ ਇਹਨਾਂ ਨੇ ਪਤਾ ਲਾਇਆ ਕਿ ਜਿਹੜੀ ਪ੍ਰੋਬਲਮ ਸੋਲਵਿੰਗ ਹੁੰਦੀ ਹੈ ਨਾ ਉਹ ਸੌਖੀ ਹੋ ਜਾਂਦੀ ਆ ਸ਼ਾਂਤੀ ਦੇ ਵਿੱਚ। ਤੁਸੀਂ ਮੈਨੂੰ ਦੱਸਿਓ ਜੀ ਹੈਗਾ ਕਿ ਨਹੀਂ ਹੈ, ਮੈਨੂੰ ਤਾਂ ਲੱਗਦਾ ਕਿਤੇ ਲਿਖਿਆ ਕਿਤੇ ਜੀ No, sir. ਕਿ ਪ੍ਰੋਬਲਮ ਸੋਲਵਿੰਗ ਆ ਜਿਹੜੀ ਉਹ ਸੌਖੀ ਹੋ ਜਾਂਦੀ ਹੈ ਕੁਆਇਟ ਕੰਡੀਸ਼ਨਸ। ਇਹ ਥੋੜੀ ਚੀਜ਼ ਪਤਾ ਲਈ ਆ। ਕਹਿੰਦੇ ਸਾਈਕੋਲੋਜੀਕਲ ਅਰਾਊਜ਼ਲ ਜਿਹੜਾ ਹੁੰਦਾ ਵਾ ਉਹ ਆਪਣੇ ਕੰਮ ਕਰਨ ਦੀ ਅਬਿਲਿਟੀ ਨੂੰ ਰੋਕ ਦਿੰਦਾ ਵਾ। ਹੁਣ ਤੁਹਾਡੇ ਵਿੱਚੋਂ ਜ਼ਿਆਦਾਤਰ ਸਟੂਡੈਂਟ ਸਾਈਕੋਲੋਜੀਕਲ ਅਰਾਊਜ਼ਲ ਜਿਹੜਾ ਹੈਗਾ ਵਾ ਨੈਕਸਟ ਲਾਈਨ 'ਚ ਲਿਖਿਆ ਪਿਆ ਉਹਨੂੰ ਮੈਚ ਕਰਨ ਜਾਣਗੇ। ਮੈਚ ਕਰੇ ਉਹਨੇ ਜੀ ਆਪਾਂ। ਸਾਈਕੋਲੋਜੀਕਲ ਅਰਾਊਜ਼ਲ ਆ ਜੀ ਕਹਿੰਦੇ ਉਹ ਰੋਕਦਾ ਵਾ ਕਿਹਨੂੰ, ਕੰਮ ਕਰਨ ਦੀ ਅਬਿਲਿਟੀ ਨੂੰ। ਜਾ ਕੇ ਵੈਰੀਫਾਈ ਕਰਕੇ ਉਹਨੇ ਜੀ ਆਪਾਂ ਕਿ ਸਾਈਕੋਲੋਜੀਕਲ ਅਰਾਊਜ਼ਲ ਜਿਹੜਾ ਹੁੰਦਾ ਉਹ ਆਪਣੇ ਕੰਮ ਕਰਨ ਦੀ ਅਬਿਲਿਟੀ ਨੂੰ ਯਾਨੀ ਕਿ ਪ੍ਰੀਵੈਂਟ ਕਰਦਾ ਵਾ। ਕਹਿੰਦੇ ਜੀ ਸਾਈਕੋਲੋਜੀਕਲ ਅਰਾਊਜ਼ਲ ਜਿਹੜਾ ਹੁੰਦਾ ਵਾ ਉਹ ਵੀ ਕਹਿੰਦੇ ਡਿਕਲਾਈਨ ਹੋ ਜਾਂਦਾ ਵਾ। ਉਹਨਾਂ ਨੇ ਕਿਹਾ ਸੀਗਾ ਸਾਈਕੋਲੋਜੀਕਲ ਅਰਾਊਜ਼ਲ ਰੋਕਦਾ ਵਾ ਕਿਸੇ ਚੀਜ਼ ਨੂੰ। ਇਹਨਾਂ ਨੇ ਕਿਹਾ ਸੀ ਉਹ ਇਹ ਕਹਿੰਦੇ ਉਹ ਖੁਦ ਘਟ ਜਾਂਦਾ ਜੀ ਹੌਲੀ ਹੌਲੀ, ਸੇਮ ਹੋ ਜਾਂਦਾ ਵਾ ਜਿਵੇਂ ਕੰਟਰੋਲਡ ਸਬਜੈਕਟ ਆ। ਤਾਂ ਮੈਨੂੰ ਇਹ ਦੱਸੋ ਵੀ ਕੀ ਕਿਤੇ ਰੀਡਿੰਗ ਨੇ ਲਿਖਿਆ ਕਿ ਸਾਈਕੋਲੋਜੀਕਲ ਅਰਾਊਜ਼ਲ ਉਹਨਾਂ ਦੀ ਕੰਮ ਕਰਨ ਦੀ ਅਬਿਲਿਟੀ ਨੂੰ ਰੋਕਦਾ ਵਾ, ਯੈਸ ਔਰ ਨੋ? ਕਿਤੇ ਲਿਖਿਆ ਜੀ? ਹਾਂਜੀ ਕਿਤੇ ਲਿਖਿਆ ਜੀ ਇਹ ਚੀਜ਼? No. ਕਿਤੇ ਨਹੀਂ ਲਿਖਿਆ ਜੀ। ਉਹ ਲਾਈਨ ਪੜ੍ਹ ਲਈ ਆਪਾਂ
ਕਹਿੰਦੇ ਜਿਹੜੀਆਂ ਬਸਟ ਸੀਗੀਆਂ ਨੋਇਸ ਦੀਆਂ ਉਹ ਜ਼ਿਆਦਾ ਸੀਰੀਅਸਲੀ ਡਿਸਰਪਟ ਨਹੀਂ ਸੀਗੀਆਂ ਉਹ। ਤੇ ਹੁਣ ਧਿਆਨ ਨਾਲ ਦੇਖਿਓ ਜੀ, ਸਾਰੀ ਲਾਈਨ ਨੂੰ ਪੜ੍ਹਦਾ। ਕਹਿੰਦੇ ਜਿਹੜੀਆਂ ਬਸਟ ਸੀਗੀਆਂ ਨੋਇਸ ਦੀਆਂ, ਜਿਹੜੀਆਂ ਉਹਨਾਂ ਨੂੰ ਸੁਣਾਈਆਂ, do not seriously disrupt problem solving in the long term। ਕਹਿੰਦੇ ਉਹਨਾਂ ਨੇ ਬਾਹਲਾ ਟਾਈਮ ਉਹਨਾਂ ਨੂੰ ਡਿਸਰਪਟ ਨਹੀਂ ਕੀਤਾ। ਇਦਾਂ ਕਿਹਾ ਰੀਡਿੰਗ ਨੇ, ਹਾਂਜੀ ਹਾਂਜੀ ਸੀ ਹੈ ਜੀ ਸਰ। ਉਹਨਾਂ ਨੇ ਬਾਹਲਾ ਟਾਈਮ ਨਹੀਂ ਨਾ ਕੀਤਾ, ਬਾਅਦ ਚੋਂ ਉਹ ਨਾਰਮਲ ਹੋ ਗਏ ਸੀ ਨਾ। ਯੈਸ ਸਰ ਨੋ? ਹਾਂਜੀ ਇਹਦੇ ਤੇ ਆਪਾਂ ਨੂੰ ਡਾਊਟ ਪੈ ਰਿਹਾ ਜੀ। ਦੇਖੋ ਨਾ, ਇਹ ਇਹਨਾਂ ਨੇ ਕਿਹਾ ਜੀ ਜਿਹੜੀਆਂ ਫਸਟ ਸੀਗੀਆਂ ਨੋਇਸ ਦੀਆਂ, ਉਹਨਾਂ ਨੇ ਲੌਂਗ ਟਰਮ ਉਹਨਾਂ ਨੂੰ ਡਿਸਰਪਟ ਨਹੀਂ ਕੀਤਾ। ਸ਼ੁਰੂਆਤ ਵਾਲੇ ਕੁਝ ਕੁ ਮਿੰਟਾਂ ਵਿੱਚ ਹੀ ਕੀਤਾ ਸੀ ਨਾ, ਬਾਅਦ ਚੋਂ ਤਾਂ ਨਹੀਂ ਨਾ ਕੀਤਾ ਉਹਨਾਂ ਨੇ। ਯੈਸ ਸਰ ਨੋ? ਯੈਸ ਤਾਂ ਇਹ ਆਪਾਂ ਨੂੰ ਲੱਗ ਰਿਹਾ ਵਾ। ਅੱਗੇ ਕਹਿੰਦੇ ਜੀ ਸਾਈਕੋਲੋਜੀਕਲ ਅਰਾਊਜ਼ਲ ਆ ਨਾ ਜਿਹੜਾ ਕੰਟਰੋਲਡ ਸਬਜੈਕਟ ਦਾ, ਉਹ ਡਿਕਲਾਈਨ ਹੋ ਜਾਂਦਾ। ਅੱਛਾ, ਕੰਟਰੋਲਡ ਸਬਜੈਕਟ ਦਾ ਸਾਈਕੋਲੋਜੀਕਲ ਅਰਾਊਜ਼ਲ ਡਿਕਲਾਈਨ ਹੁੰਦਾ ਕਿ ਉਹਨਾਂ ਲੋਕਾਂ ਦਾ ਹੁੰਦਾ ਜਿਨ੍ਹਾਂ ਤੇ ਐਕਸਪੈਰੀਮੈਂਟ ਕੀਤਾ ਸੀਗਾ? ਸਰ ਜਿੰਨਾ ਐਕਸਪੈਰੀਮੈਂਟ ਵਾਲਾ ਸੀ। ਸਾਈਕੋਲੋਜੀਕਲ ਅਰਾਊਜ਼ਲ ਕਿਹਨਾਂ ਦਾ ਡਿਕਲਾਈਨ ਹੁੰਦਾ ਵਾ? ਕੰਟਰੋਲਡ ਸਬਜੈਕਟ ਦਾ ਹੁੰਦਾ ਕਿ ਦੂਜਿਆਂ ਦਾ? ਦੂਜਿਆਂ ਦਾ ਹੀ ਹੁੰਦਾ ਨਾ। ਹਾਂਜੀ ਕੰਟਰੋਲਡ ਸਬਜੈਕਟ ਦੇ ਤਾਂ ਵਾਂਗੂ ਹੁੰਦਾ ਵਾ ਜੀ, ਹਾਂਜੀ ਕੰਟਰੋਲਡ ਸਬਜੈਕਟ ਦੇ ਵਰਗਾ ਹੋ ਜਾਂਦਾ, ਬਟ ਕੰਟਰੋਲਡ ਸਬਜੈਕਟ ਦਾ ਤਾਂ ਨਹੀਂ ਨਾ ਹੁੰਦਾ। ਯੈਸ ਔਰ ਨੋ? ਹਾਂਜੀ ਯੈਸ ਤਾਂ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਇਹ ਵਾਲੇ ਕੁਐਸਚਨ ਦੇ ਵਿੱਚ ਉਹਨਾਂ ਨੇ ਜਾਣ ਬੁੱਝ ਕੇ ਤੁਹਾਨੂੰ ਆਹ ਕੀਵਰਡ ਪਾਇਆ, ਆਹ ਵਾਲਾ ਕੀਵਰਡ ਪਾਇਆ, ਫਿਰ ਡਿਸਰਪਟ ਕੀਵਰਡ ਪਾਇਆ? ਯੈਸ ਔਰ ਨੋ? ਪਾਏ ਕਿ ਨਹੀਂ ਇਹ? ਯੈਸ ਤਾਂ ਕਿ ਤੁਸੀਂ ਟੋਟਲੀ ਕਨਫਿਊਜ਼ ਹੋ ਜਾਵੋ ਜੀ, ਟੋਟਲੀ। ਪਹਿਲੀ ਗੱਲ ਤਾਂ ਕੰਟਰੋਲਡ ਸਬਜੈਕਟ ਨੂੰ ਤਾਂ ਆਵਾਜ਼ਾਂ ਹੀ ਨਹੀਂ ਸੁਣਾਈਆਂ ਗਈਆਂ ਸੀਗੀਆਂ। ਕਲੀਅਰ ਹੈ ਜੀ ਸਾਰਿਆਂ ਨੂੰ ਇਹ ਚੀਜ਼? ਹਾਂਜੀ ਹਾਂਜੀ ਜੀ, ਇਹ ਚੀਜ਼ ਕਾਫੀ ਜ਼ਿਆਦਾ ਇਹ ਕਨਫਿਊਜ਼ਿੰਗ ਸੀਗਾ ਜੀ। ਹਾਂਜੀ, ਅਗਲਾ ਦੇਖਦੇ ਹਾਂ। ਕਹਿੰਦੇ ਜਿਹੜੇ ਰੀਸਰਚਰਸ ਆ ਜੀ, ਉਹਨਾਂ ਨੇ ਡਿਸਕਵਰਡ ਕੀਤਾ ਜੀ। ਕੀ ਡਿਸਕਵਰਡ ਕੀਤਾ? ਕਿ ਜਿਹੜੀਆਂ ਹਾਈ ਲੈਵਲ ਨੋਇਸਸ ਹੁੰਦੀਆਂ ਵਾ are not likely to interfere with the dash। ਕਹਿੰਦੇ ਜੀ ਰੀਸਰਚਰਸ ਨੇ ਇਹ ਚੀਜ਼ ਡਿਸਕਵਰ ਕੀਤੀ ਕਿ ਜਿਹੜੀਆਂ ਹਾਈ ਲੈਵਲ ਨੋਇਸਸ ਹੁੰਦੀਆਂ ਨਾ, are not likely, ਇਹਦਾ ਮਤਲਬ ਕੀ ਹੁੰਦਾ ਜੀ? ਕਿ ਉਹਨਾਂ ਦੀ ਸੰਭਾਵਨਾ ਨਹੀਂ ਹੈਗੀ ਜੀ। ਧਿਆਨ ਨਾਲ ਨੋਟ ਕਰਿਓ, ਸੰਭਾਵਨਾ ਨਹੀਂ ਹੁੰਦੀ। ਕਹਿੰਦੇ ਜੀ ਜਿਹੜੇ ਰੀਸਰਚਰਸ ਆ ਉਹਨਾਂ ਨੇ ਡਿਸਕਵਰਡ ਕੀਤਾ ਕਿ ਜਿਹੜੀਆਂ ਹਾਈ ਲੈਵਲ ਨੋਇਸਸ ਹੁੰਦੀਆਂ ਉਹਨਾਂ ਦੀ ਸੰਭਾਵਨਾ ਨਹੀਂ ਹੁੰਦੀ। ਕੀ ਨਹੀਂ ਸੰਭਾਵਨਾ ਹੁੰਦੀ? ਇੰਟਰਫੇਅਰ ਕਰਨ ਦੀ। ਕਿਹਦੇ ਨਾਲ? ਇਹਦੇ ਨਾਲ। ਚਲੋ ਜਾ ਕੇ ਦੇਖਦੇ ਹਾਂ ਜੀ ਕਿ ਕਿਹੜੀ ਚੀਜ਼ ਦੇ ਨਾਲ ਉਹਨਾਂ ਦੀ ਇੰਟਰਫੇਅਰ ਕਰਨ ਦੀ ਸੰਭਾਵਨਾ ਨਹੀਂ ਹੁੰਦੀ। ਚਲੋ ਜੀ। ਅੱਛਾ, ਤਾਂ ਇਹਦਾ ਮਤਲਬ ਇਹ ਆਪਣਾ ਜੋ ਆਨਸਰ ਆ ਜੀ, ਉਹ ਕਿਤਨਾ ਕਿਤੇ ਆਪਣਾ ਅੱਗੇ ਗਿਆ ਵਾ ਜੀ। ਹੁਣ ਜਿੱਥੇ ਆਪਣਾ ਆ ਦੇਖੋ ਲੋਇਡ ਨੋਇਸ, ਲੋਇਡ ਨੂੰ ਉਹਨਾਂ ਨੇ ਆਪਾਂ ਨੂੰ ਕੀ ਕਹਤਾ ਸੀ? ਜੋ ਲਾਊਡ ਆ ਉਹਨਾਂ ਨੇ ਆਪਾਂ ਨੂੰ ਇੱਧਰ ਕੀ ਕਹਤਾ ਜੀ? ਹਾਈ ਲੈਵਲ ਨੋਇਸ। ਚਲੋ ਜਾ ਕੇ ਦੇਖੀਏ ਜੀ। ਆਪਾਂ ਦੇਖਣਾ ਕਿ ਜਿਹੜੀਆਂ ਹਾਈ ਲੈਵਲ ਨੋਇਸਸ ਹੁੰਦੀਆਂ ਇਹ ਕਿਹੜੀ ਚੀਜ਼ ਦੇ ਨਾਲ ਇੰਟਰਫੇਅਰ ਨਹੀਂ ਕਰ ਸਕਦੀਆਂ, ਕਿਹਨਾਂ ਦੇ ਨਾਲ ਇਹਨਾਂ ਦੀ ਸੰਭਾਵਨਾ ਨਹੀਂ ਹੁੰਦੀ ਜੀ। ਤਾਂ ਚਲੋ ਜਾ ਕੇ ਦੇਖਦੇ ਹਾਂ। ਨੋਟ ਲਾਈਕਲੀ। ਹਾਂਜੀ ਜੀ, ਤਾਂ ਇਹਨਾਂ ਨੇ ਆਪਾਂ ਨੂੰ ਕਿਹਾ ਜੀ, ਬਟ ਕਹਿੰਦੇ ਜੀ ਜਾਨੀ ਕਿ ਲਿਮਿਟਸ ਆ ਜੀ ਇੱਥੇ। ਕਹਿੰਦੇ ਅਡਾਪਟੇਸ਼ਨ ਐਂਡ ਲਾਊਡ ਨੋਇਸ ਬਿਕਮ ਮੋਰ ਟਰਬਲਸਮ। ਲਾਊਡ ਨੋਇਸ ਕਹਿੰਦੇ ਜ਼ਿਆਦਾ ਟਰਬਲਸਮ ਬਣ ਜਾਂਦੀ ਹੈ ਜੇ ਇੱਕ ਬੰਦਾ ਕਹਿੰਦੇ ਰਿਕੁਆਇਰਡ ਟੂ ਕਨਸੈਂਟਰੇਟ, ਜਾਨੀ ਕਿ ਲਾਊਡ ਨੋਇਸ ਇੱਕ ਬਹੁਤ ਵੱਡੀ ਚਿੰਤਾ ਬਣ ਜਾਂਦੀ ਹੈ ਜੇ ਇੱਕ ਪਰਸਨ ਨੂੰ ਕਨਸੈਂਟਰੇਟ ਕਰਨ ਦੀ ਜ਼ਰੂਰਤ ਹੋਵੇ, ਉਹਦੇ ਕੋਲੇ ਇੱਕ ਟਾਸਕ ਤੋਂ ਜ਼ਿਆਦਾ ਟਾਸਕ ਹੋਣ। ਵੀ ਜੇ ਤਾਂ ਸਿੰਗਲ ਟਾਸਕ ਕਰੀ ਜਾਂਦਾ ਤਾਂ ਕੋਈ ਚੱਕਰ ਨਹੀਂ, ਪਰ ਜੇ ਇੱਕ ਤੋਂ ਜ਼ਿਆਦਾ ਟਾਸਕ ਕਰਨ ਲੱਗ ਗਿਆ ਫਿਰ ਲਾਊਡ ਨੋਇਸ ਚਿੰਤਾ ਬਣ ਸਕਦੀ ਹੈ। ਹੁਣ ਆਹ ਵਾਲੀ ਚੀਜ਼ ਨੂੰ ਐਗਜ਼ਾਮਪਲ ਦੇ ਨਾਲ ਦੱਸੀ ਜਾਂਦੇ ਆ ਜੀ, ਇਹ ਵਾਲੀ ਚੀਜ਼ ਨੂੰ। ਤਾਂ ਧਿਆਨ ਨਾਲ ਵੇਖਿਓ, ਅਗਲੀ ਲਾਈਨ ਨੂੰ ਤਾਂ ਇਹਨਾਂ ਨੇ ਸੌਖਾ ਕਰਕੇ ਸਮਝਾਇਆ, ਆਪਾਂ ਦੇਖਦੇ ਹਾਂ ਜੀ। ਪਰ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਲਾਊਡ ਨੋਇਸ ਕਿਹੜੀ ਚੀਜ਼ ਨਾਲ ਇੰਟਰਫੇਅਰ ਨਹੀਂ ਕਰ ਸਕਦੀ। ਲਾਊਡ ਨੋਇਸ ਸਿੰਗਲ ਟਾਸਕ ਨਾਲ ਤਾਂ ਨਹੀਂ ਇੰਟਰਫੇਅਰ ਕਰ ਸਕਦੀ, ਬਟ ਜੇ ਸਿੰਗਲ ਤੋਂ ਜ਼ਿਆਦਾ ਟਾਸਕ ਹੋ ਗਏ ਫਿਰ ਇੰਟਰਫੇਅਰ ਕਰੂਗੀ। ਯੈਸ ਔਰ ਨੋ? ਇਹੀ ਮਤਲਬ ਨਿਕਲਿਆ ਨਾ ਇਹਦਾ। ਤੁਹਾਨੂੰ ਕੁਐਸਚਨ ਕਹੀ ਜਾਂਦਾ ਜੀ ਲਾਊਡ ਨੋਇਸ, ਤਾਂ ਤੁਸੀਂ ਮੈਨੂੰ ਹੁਣ ਇਹ ਗੱਲ ਦੱਸੋ ਕਿ ਅੱਜ ਵਾਲੀ ਜਿਹੜੀ ਤੁਸੀਂ ਰੀਡਿੰਗ ਕਰੀ ਜਾਂਦੇ ਹੋ ਉਹਦੇ ਵਿੱਚ ਕੁਐਸਚਨਾਂ ਦੇ ਵਿੱਚ ਉਹ ਚੀਜ਼ ਮੈਂਸ਼ਨ ਨਹੀਂ ਕੀਤੀ ਹੋਈ, ਬਟ ਸੈਂਸ ਉਹ ਹੀ ਨਿਕਲਦੀ ਆਉਂਦੀ। ਯੈਸ ਔਰ ਨੋ? ਇਦਾਂ ਹੀ ਹੋ ਰਿਹਾ ਨਾ ਜੀ।
ਤਾਂ ਇਹ ਚੀਜ਼ ਆਪਣੇ ਮਾਈਂਡ ਦੇ ਵਿੱਚ ਰੱਖਣੀ ਹੈ ਜੀ। ਜੇ ਕੁਐਸਚਨ ਦੇ ਵਿੱਚ ਡੈਥ ਲਿਖਿਆ ਪਿਆ ਹੋਵੇ ਇਹਦਾ ਮਤਲਬ ਏਦਾਂ ਨਹੀਂ ਹੁੰਦਾ ਕਿ ਡੈਥ ਵਰਡ ਤੁਹਾਡਾ ਰੀਡਿੰਗ 'ਚ ਵੀ ਲਿਖਿਆ ਪਿਆ ਹੋਊਗਾ ਜੀ। ਉਹਨਾਂ ਨੇ ਉਹਨੂੰ ਮੈਨੂਪਲੇਟ ਕਰਕੇ ਹੋਰ ਕੋਈ ਚੀਜ਼ ਲਿਖੀ ਹੋ ਸਕਦੀ ਹੈ ਜੀ। ਜੇ ਉੱਡਣ ਤੁਹਾਨੂੰ ਕਹਿੰਦੇ ਛੇਆਂ ਦੇ ਵਿੱਚੋਂ 4 ਸਰਵਾਈਵ ਕੀਤੇ, ਇਹਦਾ ਮਤਲਬ ਇਹ ਕਹਿਣ ਦੀ ਲੋੜ ਹੀ ਨਹੀਂ ਕਿ 2 ਦੀ ਡੈਥ ਹੋ ਗਈ, ਕਿਉਂਕਿ ਲੈਂਗੁਏਜ ਪੜ੍ਹ ਕੇ ਹੀ ਪਤਾ ਲੱਗ ਰਿਹਾ ਵਾ ਜੀ। ਯੈਸ ਔਰ ਨੋ? ਯੈਸ ਸਰ। ਹੁਣ ਜੇ ਤੁਸੀਂ ਕਹੋਗੇ ਕਿ ਸਰ ਨਹੀਂ ਜੀ ਸਾਨੂੰ ਤਾਂ ਲਿਖਿਆ ਹੋਇਆ ਹੋਣਾ ਚਾਹੀਦਾ ਸੀ ਤਾਂ ਫਿਰ ਇਹ ਚੀਜ਼ ਮੰਨਾਂਗੇ, ਤਾਂ ਦੇਖੋ ਇਹ ਤਾਂ ਫਿਰ ਇਹ ਹੈ ਨਾ ਕਿ ਤੁਸੀਂ ਲੈਂਗੁਏਜ ਨੂੰ ਡੀਕੋਡ ਨਹੀਂ ਕਰ ਪਾ ਰਹੇ ਪ੍ਰੋਪਰਲੀ, ਤੁਸੀਂ ਲੈਂਗੁਏਜ ਦੀ ਸੈਂਸ ਨਹੀਂ ਸਮਝ ਪਾ ਰਹੇ। ਤਾਂ ਹਮੇਸ਼ਾ ਇਹ ਗੱਲ ਯਾਦ ਰੱਖਿਓ, ਕਿਉਂਕਿ ਕਈ ਬੱਚੇ ਇਦਾਂ ਦੇ ਆ ਜਿਹੜੇ ਡੈਥ ਕੀਵਰਡ ਨੂੰ ਲੱਭਦੇ ਬਹੁਤ ਜ਼ਿਆਦਾ ਗਾਂਹ ਜਾ ਵੜਨਗੇ, ਬਾਅਦ ਚੋਂ ਕਹਿਣਗੇ ਕਿਤੇ ਡੈਥ ਦੀ ਗੱਲ ਹੀ ਨਹੀਂ ਹੋਈ, ਸਾਰੇ ਤਾਂ ਨੋਟ ਗਿਵਨ ਆ ਜੀ। ਮੈਂ ਤੁਹਾਨੂੰ ਕਹਿ ਰਿਹਾ ਕਿ ਨੋਟ ਸਰਵਾਈਵ ਕਿਹਦਾ ਸਿਨੋਨਿਮ ਹੁੰਦਾ ਵਾ? ਡੈਥ ਦਾ ਹੀ ਹੁੰਦਾ ਵਾ ਜੀ। ਸਮਝ ਲੱਗੀ ਜੀ? ਹਾਂਜੀ ਤਾਂ ਧਿਆਨ ਨਾਲ ਦੇਖਿਓ ਜੀ। ਇਹਨਾਂ ਨੇ ਹੁਣ ਮੈਨੂੰ ਇੱਥੋਂ ਪੜ੍ਹ ਕੇ ਇਹ ਤਾਂ ਚੀਜ਼ ਪਤਾ ਲੱਗ ਹੀ ਗਈ ਜੀ ਕਿ ਜਿਹੜੀ ਲੋਇਡ ਜਾਣੀ ਕਿ ਲੋਇਡ ਆਪਣੇ ਕੋਲ ਨੋਇਸ ਹੁੰਦੀ ਹੈ ਜੀ, ਉਹ ਚਿੰਤਾ ਦਾ ਕਾਰਨ ਕਦੋਂ ਬਣਦੀ ਹੈ? ਜਦੋਂ ਟਾਸਕ ਇੱਕ ਤੋਂ ਜ਼ਿਆਦਾ ਹੋ ਜਾਂਦੇ ਆ। ਇਹਦਾ ਮਤਲਬ ਇੱਕ ਟਾਸਕ ਜੇ ਚੱਲੀ ਜਾਂਦਾ ਤਾਂ ਇਹਦਾ ਕੋਈ ਇੰਟਰਫੇਅਰ ਨਹੀਂ ਗਾ ਜੀ। ਇੰਟਰਫੇਅਰ ਇਹਨੇ ਕਿੱਥੇ ਕਰਨਾ? ਜਦੋਂ 2+ ਕੰਮ ਹੋ ਗਏ। ਹੁਣ ਜਾ ਕੇ ਦੇਖਦੇ ਹਾਂ, ਹੁਣ ਇਸੇ ਹੀ ਚੀਜ਼ ਨੂੰ ਇਹਨੇ ਸੌਖਾ ਕਰਕੇ ਸਮਝਾਇਆ ਜੀ। ਕਹਿੰਦੇ ਮੰਨ ਲਓ ਜੀ, ਕਹਿੰਦੇ ਫੋਰ ਐਗਜ਼ਾਮਪਲ ਹਾਈ ਜਾਣੀ ਕਿ ਨੋਇਸ ਲੈਵਲ ਇੰਟਰਫੇਅਰਡ ਕਰੂਗੀ ਪਰਫਾਰਮੈਂਸ ਆਫ ਸਬਜੈਕਟ ਹੂ ਵਰ ਰਿਕੁਆਇਰਡ ਟੂ ਮੋਨੀਟਰ 3 ਡਾਇਲਸ, ਜਿਨ੍ਹਾਂ ਨੇ 3 ਡਾਇਲਸ ਕਰਨੇ ਆ। ਕੋਈ ਚੀਜ਼ ਇੱਕ ਤੋਂ ਤਾਂ ਵੱਧ ਗਈ ਨਾ ਜੀ। 3 ਡਾਇਲਸ ਨਾਲ ਕਹਿੰਦੇ ਜਾ ਕੇ ਇੰਟਰਫੇਅਰ ਕਰੂ। ਉੱਪਰ ਇਹਨਾਂ ਨੇ ਕਿਹਾ ਤਾਂ ਜੀ ਇੱਕ ਟਾਸਕ ਤੋਂ ਵੱਧ ਗਿਆ ਤਾਂ ਇਹਨੇ ਇੰਟਰਫੇਅਰ ਕਰਨਾ ਸ਼ੁਰੂ ਕਰ ਦੇਣਾ। ਅਗਲੇ ਵਿੱਚ ਕਹਿੰਦੇ ਜੀ ਸਬਜੈਕਟ ਦੇ ਪਰਫਾਰਮੈਂਸ ਦੇ ਨਾਲ ਇਹ ਇੰਟਰਫੇਅਰ ਕਰੂ ਜਿਹੜਾ ਬੰਦਾ 3 ਡਾਇਲਸ ਕਰ ਰਿਹਾ ਵਾ ਐਟ ਏ ਟਾਈਮ, ਸੇਮ ਟਾਈਮ 3 ਡਾਇਲਸ ਕਰ ਰਿਹਾ ਵਾ। ਕਹਿੰਦੇ ਟਾਸਕ not unlike that of aeroplane pilot or air traffic controller. Similarly, noise did not affect the subject's ability to track a moving line. ਕਹਿੰਦੇ ਜਿਹੜੀ ਨੋਇਸ ਆ ਜੀ ਇਹ ਕਹਿੰਦੇ ਅਫੈਕਟ ਨਹੀਂ ਕਰੂਗੀ ਜੇ ਕਹਿੰਦੇ ਸਬਜੈਕਟ ਕੀ ਕਰ ਰਿਹਾ ਵਾ? ਟਰੈਕ ਏ ਮੂਵਿੰਗ ਲਾਈਨ ਵਿਦ ਦ ਸਟੀਅਰਿੰਗ ਵੀਲ, ਬਟ ਇਹ ਇੰਟਰਫੇਅਰ ਕਰੂਗੀ ਜੇ ਕਹਿੰਦੇ ਕੋਈ ਬੰਦਾ ਕੀ ਕਰ ਰਿਹਾ ਵਾ? ਰਿਪੀਟ ਕਰ ਰਿਹਾ ਨੰਬਰ ਨੂੰ ਜੀ। ਆ ਇਹਨਾਂ ਨੇ ਐਗਜ਼ਾਮਪਲਾਂ ਹੀ ਦਿੱਤੀਆਂ ਸੀਗੀਆਂ, ਚਲੋ ਜਾ ਕੇ ਦੇਖਦੇ ਆਪਾਂ ਜੀ। ਕਹਿੰਦੇ ਜੇ ਤਾਂ ਉਹ ਕੋਈ ਜਾਣੀ ਕਿ ਲਾਈਨ ਨੂੰ ਟਰੈਕ ਕਰ ਰਿਹਾ ਫਿਰ ਤਾਂ ਉਹ ਨਹੀਂ ਕਰੂਗੀ ਜੀ, ਤੇ ਜੇ ਇੱਕ ਚੀਜ਼ ਹੋਰ ਕਹੀ ਸੀ ਜੇ ਉਹਦੇ ਨਾਲ ਪੰਗੇ ਲੈ ਰਿਹਾ ਤਾਂ ਫਿਰ ਉਹ ਕਰੂਗੀ ਜੀ। ਆਪਾਂ ਜਾ ਕੇ ਉਹਨੂੰ ਮੈਚ ਕਰਦੇ ਹਾਂ ਵੀ ਕੀ ਆਪਣਾ ਕੋਈ ਮੈਚ ਹੋਇਆ ਜੀ। ਤਾਂ ਧਿਆਨ ਨਾਲ ਦੇਖਿਓ ਜੀ। ਕਹਿੰਦੇ ਜੀ ਹਾਈ ਲੈਵਲ ਨੋਇਸ ਆ ਜਿਹੜੀ ਉਹਦੀ ਸੰਭਾਵਨਾ ਨਹੀਂ ਹੁੰਦੀ ਇੰਟਰਫੇਅਰ ਕਰਨ ਦੀ ਕਿਹਦੇ ਨਾਲ? ਸਕਸੈਸਫੁਲ ਪਰਫਾਰਮੈਂਸ ਆਫ ਏ ਸਿੰਗਲ ਟਾਸਕ। ਸਿੰਗਲ ਟਾਸਕ ਦੇ ਨਾਲ ਉਹਦੀ ਇੰਟਰਫੇਅਰ ਕਰਨ ਦੀ ਸੰਭਾਵਨਾ ਨਹੀਂ ਹੁੰਦੀ। ਯੈਸ ਔਰ ਨੋ? ਇਹਦੀ ਗੱਲ ਹੋਈ ਸੀ ਉੱਥੇ ਪਹਿਲੀ ਲਾਈਨ 'ਚ। ਹਾਂਜੀ 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 ਸਿੰਗਲ ਟਾਸਕ ਦੀ ਪਰਫਾਰਮੈਂਸ ਦੇ ਵਿੱਚ ਇਹਨਾਂ ਦੀ ਕਹਿੰਦੇ ਜੀ ਕੋਈ ਇੰਟਰਫੇਅਰੈਂਸ ਨਹੀਂ ਹੁੰਦੀ। ਬਿਲਕੁਲ ਜੀ 99% ਲੱਗ ਰਿਹਾ ਹੈ ਆਪਾਂ ਨੂੰ। ਅੱਛਾ ਕਹਿੰਦੇ ਜੀ ਟਾਸਕ ਆ ਜਿਹੜੇ ਪਾਇਲਟ ਤੇ ਇਹਦੇ ਕੰਟਰੋਲਰ ਏਦਾਂ ਦੀ ਕੋਈ ਗੱਲ ਹੋਈ ਹੋਵੇ ਜੀ? ਇਹਨਾਂ ਦੇ ਟਾਸਕਾਂ ਨਾਲ ਕਹਿੰਦੇ ਇਹਦੀ ਕੋਈ ਜਾਣੀ ਕਿ ਇੰਟਰਫੇਅਰੈਂਸ ਨਹੀਂ ਹੁੰਦੀ। ਏਦਾਂ ਦੀ ਕੋਈ ਗੱਲ ਕੀਤੀ ਇਹਨਾਂ ਦੋਨਾਂ ਦੇ ਟਾਸਕਾਂ ਨਾਲ ਕੋਈ ਨਹੀਂ ਹੁੰਦੀ। ਗਾਂਹ ਜਾ ਕੇ ਹੋਣ ਲੱਗ ਤਾਂ ਗਈ ਸੀ, ਇੰਟਰਫੇਅਰ ਹੋਣ ਲੱਗ ਤਾਂ ਗਈ ਸੀ ਜੇ ਉਹ ਕਰਦੇ ਆ ਕੋਈ ਚੀਜ਼ ਨੂੰ ਮੂਵ ਵਗੈਰਾ ਕਰਦੇ ਆ, ਹੋਣ ਲੱਗੀ ਸੀ ਜੀ ਅੱਗੇ ਜਾ ਕੇ ਇੰਟਰਫੇਅਰ। ਯੈਸ ਔਰ ਨੋ? ਜਿੱਥੇ ਪਾਇਲਟ ਦੀ ਗੱਲ ਕੀਤੀ ਪਈ ਆ ਉੱਥੇ ਤਾਂ ਕਰਨ ਲੱਗੀ ਸੀ ਉਹ। ਕਹਿੰਦੇ ਜੀ ਇਹ ਕਿਹਨੂੰ ਨਹੀਂ ਇੰਟਰਫੇਅਰ ਕਰਦੀ? ਅਬਿਲਿਟੀ ਟੂ ਰਿਪੀਟ ਨੰਬਰਸ। ਜੇ ਕੋਈ ਨੰਬਰਾਂ ਨੂੰ ਰਿਪੀਟ ਕਰੀ ਜਾਂਦਾ ਵਾ ਤਾਂ ਵਾਈਲ ਟਰੈਕਿੰਗ ਮੂਵੀ ਉਹ ਕਹਿੰਦੀ ਮੂਵਿੰਗ ਲਾਈਨਸ। ਤੇ ਧਿਆਨ ਨਾਲ ਦੱਸਿਓ ਉਹਨਾਂ ਨੇ ਕਿਹਾ ਸੀ ਜੇ ਤੁਸੀਂ ਟਰੈਕ ਕਰੀ ਜਾਂਦੇ ਹੋ ਤਾਂ ਇਹ ਅਫੈਕਟ ਨਹੀਂ ਕਰੂਗੀ। ਯੈਸ ਔਰ ਨੋ? ਕਿਹਾ ਸੀ ਉਹਨਾਂ ਨੇ ਜੀ। ਯੈਸ ਤਾਂ ਇਹਦੇ ਤੇ ਵੀ ਆਪਾਂ ਨੂੰ ਹੁਣ ਡਾਊਟ ਆ ਜੀ, ਇਹਦੇ ਤੇ ਵੀ ਲਿਖਿਆ ਪਿਆ ਜੀ ਉਹਨਾਂ ਨੇ। ਤੇ ਜਦੋਂ ਕਹਿੰਦੇ ਤੁਸੀਂ 3 ਡਾਇਲਸ ਕਰ ਰਹੇ ਹੋ, ਉਹਨਾਂ ਦਾ ਲਿਖਿਆ ਪਿਆ ਵੀ 3 ਡਾਇਲਸ ਨਾਲ ਤਾਂ ਫਿਰ ਕਰੂਗੀ ਨਾ, ਇਹਦੇ ਨਾਲ ਤਾਂ ਕਰੂਗੀ ਨਾ ਉਹ। ਰੀਡਿੰਗ ਕਹਿੰਦੀ ਸੀਗੀ। ਯੈਸ ਔਰ ਨੋ? ਹਾਂਜੀ ਸਰ। 3 ਡਾਇਲਸ ਨਾਲ ਕਰੂਗੀ, ਇਹਨਾਂ ਦੋਨਾਂ ਦੇ ਵਿੱਚੋਂ ਇੱਕ ਨਾਲ ਕਰੂਗੀ। ਤੁਹਾਡੀ ਡਾਊਟ ਹੁਣ ਕਿਹਦੇ ਤੇ ਜਾਵੜੀ ਜੀ? ਧਿਆਨ ਨਾਲ ਦੇਖਿਓ ਤਾਂ ਤੁਹਾਨੂੰ ਇਹ ਦੋਵਾਂ ਵਾਲੇ ਪਾਸੇ ਲੈ ਗਏ ਜੀ। ਹੁਣ ਧਿਆਨ ਨਾਲ ਪੜਿਓ। ਹਾਂਜੀ, ਇੱਕ ਤਾਂ A ਵਿੱਚੋਂ ਹੈ, ਇੱਕ C ਦੇ ਵਿੱਚੋਂ। ਕਹਿੰਦੇ ਜਿਹੜੇ ਰਿਸਰਚਰਸ ਆ ਉਹਨਾਂ ਨੇ ਡਿਸਕਵਰ ਕੀਤਾ ਕਿ ਜਿਹੜੀ ਹਾਈ ਲੈਵਲ ਨੋਇਸ ਆ ਉਹ ਇੰਟਰਫੇਅਰ ਨਹੀਂ ਕਰੂਗੀ। ਪਹਿਲੇ ਚ ਕਹੀ ਜਾਂਦੇ ਆ ਸਕਸੈਸਫੁਲ ਪਰਫਾਰਮੈਂਸ ਆਫ ਏ ਸਿੰਗਲ ਟਾਸਕ,
ਚੀਜ਼ ਕਹੀ ਜਾਂਦੇ ਅਬਿਲਿਟੀ ਟੂ ਰਿਪੀਟ ਨੰਬਰਸ ਵਾਇਲ ਟਰੈਕਿੰਗ ਮੂਵਿੰਗ ਲਾਈਨ। ਰਜਿੰਦਰ ਮੈਮ ਤੁਹਾਡੇ ਵੱਲ ਆਵਾਜ਼ ਬਹੁਤ ਆਉਂਦੀ, ਸਾਇਲੈਂਟ ਲਾ ਦਿਓ। ਹਾਂਜੀ ਚਲੋ ਜੀ, ਹੁਣ ਜਾ ਕੇ ਇੱਕ ਵਾਰੀ ਮੈਂ ਚਾਹੁੰਦਾ ਕਿ ਤੁਸੀਂ ਉਹ ਲਾਈਨ ਨੂੰ ਨਾ ਦੁਬਾਰਾ ਇਹਨੂੰ ਮਾੜਾ ਫਿਰ ਪੜ੍ਹ ਲਓ ਜੀ। ਆਹ ਵਾਲੀ ਚੀਜ਼ ਨੂੰ ਇੱਕ ਤਾਂ ਮੂਵਿੰਗ ਵਾਲੀ ਪੜ੍ਹ ਲਓ, ਇੱਕ ਤਾਂ ਪਹਿਲੀ ਲਾਈਨ ਹੀ ਪੜ੍ਹ ਲਿਓ ਜੀ। ਆਹ ਵਾਲੀ ਚੀਜ਼ ਇੱਕ ਤਾਂ ਆਹ ਪਹਿਲੀ ਲਾਈਨ ਹੀ ਪੜ੍ਹ ਲਿਓ ਜੀ, ਆਹ ਲਓ। ਤੇ ਇੱਕ ਮੈਂ ਚਾਹੁੰਦਾ ਕਿ ਮੂਵਿੰਗ ਵਾਲੀ ਜਿਹੜੀ ਮੂਵਿੰਗ ਟਰੈਕ ਆਹ ਵਾਲੀ ਚੀਜ਼, ਹਾਂਜੀ ਆਹ ਦੋ ਲਾਈਨਾਂ ਤੁਹਾਨੂੰ ਪੜ੍ਹਨੀਆਂ ਪੈਣੀਆਂ, ਫਿਰ ਆਪਾਂ ਡਿਸਾਈਡ ਕਰਾਂਗੇ ਜੀ ਕਿ ਇਹ ਚੀਜ਼ ਹੈ ਜਾਂ ਨਹੀਂ ਹੈ। ਕਹਿੰਦੇ ਜੀ ਬਟ देयर आर ਲਿਮਿਟਸ, ਕਹਿੰਦੇ ਜੀ ਇੱਥੇ ਲਿਮਿਟਸ ਆ ਜੋ 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 ਜਾਨੀ ਕਿ ਲਾਊਡ ਨੋਇਸ ਹੈ ਜੀ, ਕਹਿੰਦੇ ਬਿਕਮਸ ਮੋਰ ਟਰਬਲਸਮ, ਇਹ ਜ਼ਿਆਦਾ ਟਰਬਲਸਮ ਬਣ ਜਾਂਦੀ ਹੈ ਜੇ ਇੱਕ ਪਰਸਨ ਨੂੰ ਜ਼ਰੂਰਤ ਆ ਕਨਸੈਂਟਰੇਟ ਕਰਨ ਦੀ ਔਨ ਮੋਰ ਦੈਨ ਵਨ ਟਾਸਕ। ਪਹਿਲੀ ਲਾਈਨ ਇਹ ਕਹਿੰਦੀ ਹੈ ਜੀ। ਤੇ ਐਚ ਕਿਹਾ ਜੀ ਨੋਇਸ ਜਿਹੜੀ ਹੈਗੀ ਆ did not affect, ਉਹ ਅਫੈਕਟ ਨਹੀਂ ਕਰੂਗੀ, ਇਹਦਾ ਮਤਲਬ ਇੰਟਰਫੇਅਰ ਨਹੀਂ ਕਰੂਗੀ ਸਬਜੈਕਟ ਦੀ ਅਬਿਲਿਟੀ ਨੂੰ ਜੋ ਟਰੈਕ ਕਰ ਰਿਹਾ ਵਾ ਮੂਵਿੰਗ ਲਾਈਨ ਵਿਦਆਊਟ ਸਟੀਅਰਿੰਗ ਵੀਲ। ਧਿਆਨ ਨਾਲ ਜਾ ਕੇ ਹੁਣ ਦੱਸੋ ਜੀ। ਇਹਦਾ ਸਰ ਇਹਦਾ ਮਤਲਬ ਤੇ ਇਹ ਹੋਗਾ ਨਾ ਕਿ ਮੋਰ ਟਰਬੂਲੈਂਸ ਬਣਦੀ, ਮਤਲਬ ਸਿੰਗਲ ਟਾਸਕ ਦੇ ਵਾਸਤੇ ਵੀ ਟਰਬੂਲੈਂਸ ਤਾਂ ਹੈਗੀ ਆ। ਹਾਂ ਬਿਲਕੁਲ ਜੀ, ਧਿਆਨ ਨਾਲ ਦੇਖਿਓ ਜੀ। ਉਹ ਕਹਿੰਦੇ ਵੀ ਜੇ ਤੁਸੀਂ ਇੱਕ ਤੋਂ ਜ਼ਿਆਦਾ ਟਾਸਕ ਕਰਦੇ ਹੋ ਤਾਂ ਜ਼ਿਆਦਾ ਚਿੰਤਾ ਜ਼ਿਆਦਾ ਟਰਬਲਸਮ ਆਏ, ਤੇ ਜੇ ਤੁਸੀਂ ਇੱਕ ਟਾਸਕ ਵੀ ਕਰਦੇ ਹੋ ਤਾਂ ਮੋਰ ਨੂੰ ਚੱਕ ਦੋ, ਸਟਿਲ ਇਹ ਕੀ ਹੈ ਜੀ ਟਰਬੂਲੈਂਸ ਹੈਗੀ ਹੈ ਜੀ। ਯੈਸ ਔਰ ਨੋ ਜੀ। ਤੇ ਆਹ ਵਾਲੀ ਲਾਈਨ ਚ ਤਾਂ ਉਹਨਾਂ ਨੇ ਆਪਦੇ ਮੂੰਹ ਏਦਾਂ ਨਹੀਂ ਕਹੀ ਜਾਂਦੇ ਡੂ ਨਾਟ ਅਫੈਕਟ, ਇਹਦਾ ਮਤਲਬ ਕੀ ਨਿਕਲਿਆ ਡੂ ਨਾਟ ਅਫੈਕਟ, ਵੀ ਅਫੈਕਟ ਨਹੀਂ ਕਰਦੀ, ਇਹਦਾ ਮਤਲਬ ਤੇ ਨਾਟ ਇੰਟਰਫੇਅਰ। ਬਿਲਕੁਲ ਇਹਦਾ ਮਤਲਬ ਤਾਂ ਅਫੈਕਟ ਕਰਦੀ ਹੋਈ ਨਹੀਂ। ਯੈਸ ਔਰ ਨੋ ਜੀ। ਤਾਂ ਕਿਹੜਾ ਮੈਚ ਹੋਇਆ ਜੀ? ਸੀ। ਦੇਖੋ ਕਿੰਨਾ ਲੌਜੀਕਲ ਜਿਹੇ ਤਰੀਕੇ ਨਾਲ ਸੀਗਾ ਜੀ, ਅੱਗੇ ਪਤਾ ਜੀ। ਇਹ ਮਲਟੀਪਲ ਜਿਹੜੇ ਸੀਗੇ ਜੀ ਇਹ ਕਮ ਸੇ ਕਮ ਤੁਹਾਡੇ ਫਾਈਨਲ ਦੇ ਵਿੱਚ ਥਰਡ ਪੈਸੇਜ ਦੇ ਲੈਵਲ ਦੇ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ, ਸੈਕੰਡ ਦੇ ਵੀ ਕਹਿ ਸਕਦੇ ਹੋ, ਸੈਕੰਡ ਪੈਸੇਜ। ਦੇਖੋ ਜੀ ਪਹਿਲਾਂ ਆਪਾਂ ਕਿਉਂ ਨਹੀਂ ਲਾਇਆ, ਪਹਿਲੀ ਲਾਈਨ ਦੇ ਵਿੱਚ ਉਹ ਕਹੀ ਜਾਂਦੇ ਆ ਕਿ ਜੀ ਜਿਹੜੀ ਇਹ ਲਾਊਡ ਨੋਇਸ ਹੁੰਦੀ ਹੈ ਜੀ ਇਹ ਜ਼ਿਆਦਾ ਟਰਬਲਸਮ ਬਣ ਜਾਂਦੀ ਹੈ ਜੇ ਤੁਸੀਂ ਇੱਕ ਤੋਂ ਜ਼ਿਆਦਾ ਕੰਮ ਕਰਦੇ ਹੋ। ਇਹਦਾ ਮਤਲਬ ਇੱਕ ਟਾਸਕ ਲਈ ਤਾਂ ਇਹ ਟਰਬਲਸਮ ਤਾਂ ਹੁਣ ਵੀ ਹੈਗੀ ਆ ਨਾ, ਇੱਕ ਤੋਂ ਜ਼ਿਆਦਾ ਦੀ ਇਹ ਜ਼ਿਆਦਾ ਟਰਬਲਸਮ ਬਣ ਜਾਂਦੀ ਆ। ਤੇ ਜੇ ਇੱਕ ਟਾਸਕ ਹੋਵੇ ਤੇ ਮੋਰ ਨੂੰ ਕੱਟ ਦੋ ਮੂਰੇ, ਸਟਿਲ ਇਹ ਇੱਕ ਟਾਸਕ ਲਈ ਵੀ ਤਾਂ ਟਰਬਲਸਮ ਤਾਂ ਹੈਗੀ ਆ ਨਾ। ਇਹਦਾ ਮਤਲਬ ਜਿਹੜੀ ਲਾਊਡ ਨੋਇਸ ਆ ਉਹ ਸਿੰਗਲ ਟਾਸਕ ਦੇ ਵਿੱਚ ਇੰਟਰਫੇਅਰ ਕਰੂਗੀ। ਯੈਸ ਔਰ ਨੋ? ਹਾਂਜੀ ਸਰ। ਅੱਗੇ ਪਤਾ ਜੀ। ਤੇ ਆਹ ਵਾਲੀ ਲਾਈਨ ਚ ਇਹਨਾਂ ਨੇ ਲਿਖਿਆ ਜੀ ਡਿਡ ਨਾਟ ਅਫੈਕਟ। ਹੁਣ ਕਲੀਅਰ ਹੈ ਜੀ? ਹਾਂਜੀ। ਤਿੰਨੋਂ ਦੇ ਤਿੰਨੋਂ ਜਿਹੜੇ ਇਹ ਤੁਹਾਡੇ ਸੀਗੇ ਜੀ ਮਲਟੀਪਲ ਫਾਈਨਲ ਲੈਵਲ ਦੇ ਸੀਗੇ ਜੀ। ਦੇਖੋ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਜੀ, ਸਾਰਾ ਪੈਰਾ ਕੋਈ ਫਾਈਨਲ ਲੈਵਲ ਦਾ ਨਹੀਂ ਹੋ ਸਕਦਾ। ਮੈਂ ਤੁਹਾਨੂੰ ਪੈਰਾ ਕਰਾਉਂਦਾ ਕਹਿਣਾ ਹੁੰਨਾ ਵਾ ਕਿ ਕਿਹੜਾ ਕੁਐਸਚਨ ਫਾਈਨਲ ਲੈਵਲ ਦਾ ਵਾ। ਮੈਂ ਕਦੇ ਸਾਰਾ ਪੈਰਾ ਨਹੀਂ ਤੁਹਾਨੂੰ ਕਿਹਾ ਜੀ ਇਹ ਫਾਈਨਲ ਲੈਵਲ ਦਾ, ਕਿਉਂਕਿ ਦੇਖੋ ਸਾਰਾ ਪੈਰਾ ਫਾਈਨਲ ਲੈਵਲ ਦਾ ਨਹੀਂ ਹੋ ਸਕਦਾ ਜੀ। ਹੁਣ ਮੰਨ ਕੇ ਲਓ ਜੇ ਤੁਸੀਂ ਇਹਦੇ ਰਾਈਟਰ ਦੇ ਨੇਮ ਕਰਕੇ ਦੇਖੋ ਇਹ ਬਹੁਤ ਸੌਖੇ ਹੈ ਜੀ ਆਹ ਵਾਲੀ ਚੀਜ਼, ਬਟ ਜਿਹੜੇ ਇਹਦੇ ਮੈਨੂੰ ਆ ਮਲਟੀਪਲ ਕੁਐਸਚਨ ਸੀਗੇ ਇਹ ਫਾਈਨਲ ਲੈਵਲ ਦੇ ਸੀਗੇ ਜੀ। ਤੇ ਜਿਹੜੇ ਆਪਾਂ ਪਹਿਲਾਂ ਟਰੂ ਫਾਲਸ ਨੋਟ ਗਿਵਨ ਕੀਤੇ ਆ ਉਹ ਸਾਰੇ ਫਾਈਨਲ ਲੈਵਲ ਦੇ ਨਹੀਂ ਸੀ, ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ 2 ਤੋਂ 3 ਟਰੂ ਫਾਲਸ ਜਿਹੜੇ ਸੀਗੇ ਉਹ ਫਾਈਨਲ ਲੈਵਲ ਦੇ ਸੀਗੇ। ਤੇ ਤੁਸੀਂ ਕੋਈ ਵੀ ਪੈਸੇ ਚੱਕ ਲਓ ਉਹਦੇ ਵਿੱਚ 13 ਦੇ 13 ਕੁਐਸਚਨ ਥੋੜੋ ਟਫ ਹੋਣਗੇ ਜੀ, ਹੱਦ ਉਹਨਾਂ ਦੇ ਵਿੱਚੋਂ ਚਲੋ 4 ਤੋਂ 5 ਕੁਐਸਚਨ ਔਖੇ ਹੋਣਗੇ ਤੇ ਉਹਨਾਂ ਵਿੱਚੋਂ ਜੀ ਕਮ ਸੇ ਕਮ 6 ਤੋਂ 7 ਕੁਐਸਚਨ ਜਿਹੜੇ ਹੈਗੇ ਆ ਉਹ ਸੌਖੇ ਹੋਣਗੇ ਜੀ, ਜ਼ਿਆਦਾ ਟਫ ਲੈਵਲ ਦੇ ਨਹੀਂ ਹੋਣੇ ਜੀ। ਤਾਂ ਸਮਝ ਗਏ ਨਾ, ਸਾਰਾ ਪੈਰਾ ਕਦੇ ਫਾਈਨਲ ਲੈਵਲ ਦਾ ਨਹੀਂ ਹੁੰਦਾ, ਯਾਨੀ ਕਿ ਪੈਰੇ ਦੇ ਵਿੱਚੋਂ ਕੁਐਸਚਨ ਫਾਈਨਲ ਲੈਵਲ ਦੇ ਹੁੰਦੇ। ਜੇ ਹੁਣ ਮੈਂ ਤੁਹਾਨੂੰ ਕਹਾਂ ਤਾਂ ਆਹ ਵਾਲਾ ਕੁਐਸਚਨ ਫਾਈਨਲ ਲੈਵਲ ਦਾ ਕੁਐਸਚਨ ਸੀਗਾ ਜਦੋਂ ਰਾਈਟਰ ਨੇ ਤੁਹਾਨੂੰ ਬਹੁਤ ਕਨਫਿਊਜ਼ ਕਰਨਾ ਹੋਵੇ। ਤੇ ਇਹ ਆਪਾਂ ਜੇ ਦੂਸਰੇ ਨੰਬਰ ਵਾਲਾ ਦੇਖ ਲਈਏ ਤਾਂ ਦੂਸਰੇ ਨੰਬਰ ਵਾਲਾ ਤਾਂ ਡਿਟੋ ਹੀ ਫਾਈਨਲ ਲੈਵਲ ਦਾ ਸੀ। ਕਿਉਂ? ਕਿਉਂਕਿ ਫਾਈਨਲ ਦੇ ਵਿੱਚ ਵੀ ਐਗਜ਼ਾਮੀਨਰ ਦੀ ਅਪਰੋਚ ਕੀ ਹੁੰਦੀ ਆ ਕਿ ਜਾਣ ਬੁੱਝ ਕੇ ਕੀਵਰਡ ਨੂੰ ਟਾਰਗੇਟ ਕਰੋ ਜੀ। ਤਾਂ ਇਹ ਤੁਹਾਡੇ ਸੀਗੇ ਜੀ ਪਹਿਲਾਂ ਵੀ ਫਾਈਨਲ ਲੈਵਲ ਦਾ ਜੀ। ਕਿਉਂ? ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਬੱਚਿਆਂ ਨੇ ਕੀ ਕਰ ਦੇਣਾ ਸੀ A ਮਾਰਕ ਕਰਕੇ ਆਉਣਾ ਸੀਗੇ ਜੀ। ਤਾਂ ਇਹ ਤਿੰਨ ਦੇ ਤਿੰਨੇ ਤੁਹਾਡੇ ਫਾਈਨਲ ਲੈਵਲ ਦੇ ਸੀਗੇ ਜੀ। ਕਲੀਅਰ ਹੈ ਜੀ ਇਹ ਤਿੰਨ ਦੇ ਤਿੰਨੇ ਕੁਐਸਚਨ ਸਾਰਿਆਂ ਨੂੰ? ਯੈਸ ਸਰ। ਠੀਕ ਹੈ ਜੀ, ਓਕੇ ਜੀ। ਤਾਂ ਧਿਆਨ ਨਾਲ ਦੇਖਿਓ ਜੀ। ਹੁਣ ਆਪਾਂ ਅੱਛਾ ਮੈਂ ਤੁਹਾਨੂੰ ਇੱਕ ਦਿਨ ਸਟ੍ਰੈਟਜੀ ਕਹੀ ਸੀਗੀ, ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਰਿਸਰਚਰਸ ਦੀ ਲਿਸਟ ਤੁਹਾਨੂੰ ਦਿੱਤੀ ਪਈ ਹੋਵੇ ਤਾਂ ਉਹਨਾਂ ਵਿੱਚੋਂ ਇੱਕ ਅੱਧਾ
ਜਿਹੜਾ ਰੀਸਰਚਰ ਹੁੰਦਾ ਉਹ ਏਦਾਂ ਦਾ ਹੁੰਦਾ ਵਾ ਜਿਹਦੀ ਗੱਲ ਕਮ ਸੇ ਕਮ 2 ਤੋਂ 3 ਪੈਰਿਆਂ ਦੇ ਵਿੱਚ ਹੁੰਦੀ ਹੈ ਜੀ। ਤੇ ਮੈਂ ਤੁਹਾਨੂੰ ਨਾਲ ਇਹ ਵੀ ਕਿਹਾ ਸੀ ਵੀ ਜਿਹੜਾ ਰੀਸਰਚਰ 2 ਤੋਂ 3 ਪੈਰਿਆਂ ਦੇ ਵਿੱਚ ਆਪਣੀ ਜਗ੍ਹਾ ਲੈਂਦਾ ਹੋਵੇ ਤਾਂ ਉਹ ਪੱਕਾ ਦੋਵਾਂ ਦਾ ਆਨਸਰ ਹੁੰਦਾ ਵਾ, ਯੈਸ ਔਰ ਨੋ। ਇੰਨੀ ਚੀਜ਼ ਕਹੀ ਸੀ ਜੀ ਮੈਂ ਤੁਹਾਨੂੰ। ਯੈਸ ਦੋਵਾਂ ਸਰ। ਦਾ ਹੁੰਦਾ ਹੀ ਆ, ਉਹ ਪੋਸੀਬਿਲਿਟੀ ਬਹੁਤ ਸਟਰੋਂਗ ਪੋਸੀਬਿਲਿਟੀ ਆ, 99% ਸ਼ੋਰ ਆ ਕਿ ਉਹ ਦੋਵਾਂ ਦਾ ਆਨਸਰ ਹੋਊਗਾ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹੀ ਸੀ ਕਿ ਜਿਹੜਾ ਫਿਰ ਮੈਂ ਤੁਹਾਨੂੰ ਦੇਖੋ ਇਹ ਤਾਂ ਇਹਦਾ ਬੈਨੀਫਿਟ ਹੋ ਗਿਆ ਵੀ ਚਲੋ ਇਹ 2 ਤੋਂ 3 ਪੈਰਿਆਂ ਚਾਹੇ ਹੋਊਗਾ ਵੀ ਦੋਵਾਂ ਦਾ। ਨਾਲ ਇੱਕ ਡਰਾਬੈਕ ਵੀ ਦੱਸੀ ਸੀਗੀ ਮੈਂ ਤੁਹਾਨੂੰ, ਇਹ ਵੀ ਕਿਹਾ ਸੀਗਾ ਕਿ ਜਿਹੜੇ ਰਾਈਟਰ ਦੀ 2 ਤੋਂ 3 ਪੈਰਿਆਂ ਦੇ ਵਿੱਚ ਗੱਲ ਕੀਤੀ ਹੋਵੇ ਉਹਦੇ ਨਾਲ ਸਭ ਤੋਂ ਪਹਿਲਾਂ ਪੰਗਾ ਨਹੀਂ ਲਈਦਾ ਹੁੰਦਾ ਜੀ, ਪਹਿਲਾਂ ਬਾਕੀ ਕਰੋ ਜਿਹੜੇ ਸਿੰਗਲ ਜਗ੍ਹਾ ਤੇ ਗੱਲ ਕਰੀ ਜਾਂਦੇ। ਯੈਸ ਔਰ ਨੋ ਜੀ। ਯੈਸ ਸਰ। ਤਾਂ ਹੁਣ ਇਹਦੇ ਵਿੱਚ ਇਹਦਾ ਮਤਲਬ ਇਹਨਾਂ ਵਿੱਚੋਂ ਕਿਹੜਾ ਰਾਈਟਰ ਹੈ ਜਿਹੜਾ ਸਭ ਤੋਂ ਵੱਧ ਬੋਲਦਾ ਜੀ, ਸਭ ਤੋਂ ਵੱਧ? ਆਪਾਂ ਰਾਉਂਡ ਕਰਕੇ ਆਂਦੇ ਸੀ ਨਾ, ਸਭ ਤੋਂ ਵੱਧ ਬੋਲਣ ਵਾਲਾ ਏ ਕਿਹੜਾ ਤੇ ਸੀਗਾ? ਸੀ ਸਰ ਵਾਲਾ ਏ ਵਾਲਾ ਇਹ ਵਾਲਾ ਸੀਗਾ ਗ੍ਰਾਸ ਤੇ Singer। ਸਿੰਗਰ। ਇਹਦਾ ਮਤਲਬ ਗ੍ਰਾਸ ਤੇ ਸਿੰਗਰ ਵਾਲ ਤੇ ਕ੍ਰਾਸ ਕਰ ਦੋ, ਬਟ ਗ੍ਰਾਸ ਤੇ ਸਿੰਗਰ ਤੁਹਾਡੇ ਦੋਵਾਂ ਦਾ ਆਨਸਰ ਹੋਣ ਦੀ 99% ਸੰਭਾਵਨਾ ਵਾ ਇਹਦੀ, 99%। ਤੇ ਤੁਸੀਂ ਗ੍ਰਾਸ ਦੇ ਬਾਰੇ ਪਹਿਲਾਂ ਪੜ੍ਹ ਵੀ ਚੁੱਕੇ ਹੋ, ਤੁਸੀਂ ਗ੍ਰਾਸ ਦੀ ਰਿਸਰਚ ਦੇਖੀ ਇਹਨਾਂ ਨੇ ਕੀ ਕੀਤਾ ਸੀਗਾ। ਗ੍ਰਾਸ ਨੇ ਲੋਕਾਂ ਨੂੰ ਲਾਊਡ ਨੋਇਸ ਐਕਸਪੀਰੀਅੰਸ ਕਰਵਾਈ, ਬਾਅਦ ਚੋਂ ਨੋਟ ਕੀਤਾ ਕਿ ਸ਼ੁਰੂਆਤ ਦੇ ਵਿੱਚ ਤਾਂ ਲੋਕੀ ਮਾੜਾ ਡਿਸਟਰਬ ਹੋਏ, ਬਾਅਦ ਚੋਂ ਕੁਝ ਕੁ ਮਿੰਟਾਂ ਦੇ ਬਾਅਦ ਚੋਂ ਲੋਕੀ ਨਾਰਮਲ ਹੋ ਕੇ ਕੰਮ ਕਰਨ ਲੱਗ ਗਏ। ਯੈਸ ਔਰ ਨੋ? ਆਹ ਰਿਸਰਚ ਸੀ ਇਹੀ ਸੀ ਨਾ। ਹਾਂਜੀ ਹੁਣ ਇਹਦੇ ਬੇਸਿਸ ਤੇ ਜੇ ਤੁਸੀਂ ਇਹਦੇ ਵਿੱਚੋਂ ਕੋਈ ਮੈਚ ਕਰਨਾ ਚਾਹੋ ਤਾਂ ਮੈਨੂੰ ਯੈਸ ਔਰ ਨੋ ਦੱਸੋ ਕਿ ਕਿਹੜਾ ਮੈਚ ਹੋਊਗਾ ਜੀ। ਪਹਿਲਾ ਹੈਗਾ ਸਬਜੈਕਟ ਐਕਸਪੋਜ਼ਡ ਟੂ ਨੋਇਸ, find it difficult at first to concentrate, ਪਹਿਲਾਂ ਔਖਾ ਹੋਇਆ ਉਹਨਾਂ ਨੂੰ ਜੀ concentrate ਕਰਨਾ। ਦੂਸਰੀ ਲਾਈਨ ਪੜੋ ਜੀ, ਲੌਂਗ ਟਰਮ ਐਕਸਪੋਜ਼ਰ ਜਿਹੜਾ ਹੁੰਦਾ ਵਾ ਉਹ ਬਿਹੇਵੀਅਰ ਚ ਚੇਂਜ ਲਿਆਉਂਦਾ। ਅੱਗੇ ਕਿਹਾ ਜੀ ਪ੍ਰੋਬਲਮ ਜੁੜੀਆਂ ਕਹਿੰਦੇ ਐਕਸਪੋਜ਼ਰ ਦੇ ਨਾਲ ਅਰਾਈਜ਼ ਨੋਨ ਮੇਕ ਇਟ ਸਟਾਪ। ਅੱਗੇ ਕਹਿੰਦੇ ਜੀ ਹਾਈ ਪਿਚ ਨੋਇਸ ਦਾ ਰਿਜ਼ਲਟ ਨਿਕਲਦਾ ਗਲਤੀਆਂ ਜ਼ਿਆਦਾ ਹੋ ਜਾਂਦੀਆਂ ਜੀ ਕਹਿੰਦੇ। ਅੱਗੇ ਚ ਉਹਨਾਂ ਨੇ ਕਿਹਾ ਜੀ ਸਬਜੈਕਟ ਜਿਹੜੇ ਹੈਗੇ ਉਹਨਾਂ ਨੂੰ ਡਿਫਿਕਲਟ ਲੱਗਦਾ ਪਰਫਾਰਮ ਕਰਨਾ, ਸੇਮ ਟਾਈਮ ਜਦੋਂ ਉਹ ਨੋਇਸ ਤੇ ਐਕਸਪੋਜ਼ ਕਰਦੇ ਆ ਉਹਨਾਂ ਨੂੰ ਡਿਫਿਕਲਟ ਲੱਗਿਆ। ਕਹਿੰਦੇ ਜੀ ਨੋਇਸ ਅਫੈਕਟ ਕਰਦੀ ਆ ਸਬਜੈਕਟ ਦੀ ਜਾਨੀ ਕਿ ਕਪੈਸਿਟੀ, ਰਿਪੀਟ ਨੰਬਰਸ ਵਾਈਲ ਕੈਰਿੰਗ ਅਨਦਰ ਟਾਸਕ। ਕਿਹੜੇ ਤੁਹਾਨੂੰ ਭੁਲੇਖਾ ਪਾ ਰਹੇ ਆ ਜੀ ਗ੍ਰਾਸ ਤੇ? ਨੌਵਾਂ ਪਾ ਰਹੇ ਇੱਕ ਤਾਂ ਇੱਕ ਤਾਂ ਨੌਵਾਂ ਪਾ ਰਿਹਾ। ਯੈਸ ਔਰ ਨੋ? ਧਿਆਨ ਨਾਲ ਦੇਖੋ, ਪਹਿਲਾਂ ਉਹਨਾਂ ਨੂੰ ਡਿਫਿਕਲਟੀ ਹੋਈ ਸੀ ਕਿ ਨਹੀਂ ਹੋਈ ਸੀ ਜੀ ਕਨਸੈਂਟਰੇਟ ਕਰਨ ਦੇ ਵਿੱਚ? ਯੈਸ ਔਰ ਨੋ? ਯੈਸ ਸਰ। ਹਾਂਜੀ ਜੀ। ਤੇ ਹੁਣ ਧਿਆਨ ਨਾਲ ਇਹ ਚੀਜ਼ ਦੇਖਿਓ ਜੀ, ਕੋਈ ਹੋਰ ਪਾ ਰਿਹਾ ਜੀ? ਹਾਂਜੀ ਸਰ 13ਵਾਂ ਜੀ। ਮੈਨੂੰ ਲੱਗ ਰਿਹਾ ਸਰ, ਮੈਨੂੰ 13ਵੇਂ ਚ ਉਹਨਾਂ ਨੇ ਕਿਹਾ ਸੀ ਵੀ 3 ਟਾਸਕ ਉਹਨਾਂ ਨੂੰ ਡਿਫਿਕਲਟ ਲੱਗੇ ਸੇਮ ਟਾਈਮ ਕਰਨੇ। ਨਹੀਂ ਸਰ, ਜਿਹੜਾ ਮੋਰ ਟਾਸਕ ਵਾਲੀ ਗੱਲ ਜੀ ਹੋਈ ਸੀਗੀ ਵੀ ਜਦੋਂ ਕਰਦੇ ਆ ਉਹ। ਹਾਂਜੀ, ਉਹ ਗੱਲ ਹੋਰ ਕਿਸੇ ਦੀ ਨਹੀਂ ਹੋਈ ਸੀ? 14 ਦਾ ਲੱਗਦਾ ਸਰ। ਹਾਂ ਬਿਲਕੁਲ ਜੀ, ਬਿਲਕੁਲ। ਆ ਧਿਆਨ ਨਾਲ ਦੇਖਿਓ ਜੀ, ਹਾਲੇ ਤੱਕ ਉਹਦੀ ਗੱਲ ਹੋਈ ਜਾਂਦੀ, ਉਹ ਸਹੀ ਹੈ ਜੀ। ਉਹ ਆ ਦੇਖੋ 2 ਤੋਂ ਜ਼ਿਆਦਾ ਜਿਹੜੇ ਉਹ ਟਾਸਕ ਵਗੈਰਾ ਦੀ ਗੱਲ ਕੀਤੀ ਪਈ ਹੈ। ਆ ਦੇਖੋ 2 ਤੋਂ ਜ਼ਿਆਦਾ ਟਾਸਕ, 1 ਤੋਂ ਜ਼ਿਆਦਾ ਟਾਸਕ ਦੀ ਗੱਲ ਕੀਤੀ ਪਈ ਆ। ਤੇ ਆ ਦੇਖੋ ਤੁਹਾਡੇ ਸਾਹਮਣੇ ਲਿਖਿਆ ਪਿਆ 3 ਡਾਇਲਸ, 3 ਟਾਸਕ ਦੀ ਗੱਲ ਨਹੀਂ ਕੀਤੀ ਪਈ ਜੀ, 3 ਟਾਸਕ। ਹਾਂਜੀ ਫਿਰ ਇਹਦਾ ਮਤਲਬ 13ਵੇਂ ਦਾ ਵੀ ਫਿਲਹਾਲ ਲਈ ਹਲੇ ਤੱਕ ਕਿਹੜਾ ਲੱਗ ਰਿਹਾ ਆਪਾਂ ਨੂੰ? ਯੈਸ ਔਰ ਨੋ? ਇਹਦਾ ਵੀ ਕੀ ਲੱਗ ਰਿਹਾ? ਇਹ ਤਾਂ ਸੌਰਟ ਆਊਟ ਹੋ ਵੀ ਗਏ ਜੀ। ਦੇਖੋ ਲੱਗ ਗਿਆ ਪਤਾ ਜੀ, ਜਿੰਨੀ ਕਿ ਤੁਸੀਂ ਹੁਣ ਤੱਕ ਪੜੀ। ਤੇ ਜੇ ਆਹ ਸ਼ੋਰ ਨਾ ਹੋਇਆ ਤਾਂ ਡੋਂਟ ਵਰੀ, ਆਪਾਂ ਨੂੰ ਗਾਂ ਜਾ ਕੇ ਕਿਤੇ ਨਾ ਕਿਤੇ ਪਤਾ ਲੱਗ ਜੂ। ਆਹ ਤਾਂ ਸ਼ੋਰ ਆ ਸਾਰਿਆਂ ਨੂੰ 9ਵੇਂ ਨੰਬਰ ਵਾਲਾ, 9ਵੇਂ ਵਾਲਾ ਸ਼ੋਰ। ਚਲੋ ਜੀ ਹੁਣ ਆਪਾਂ ਕਰਦੇ ਹਾਂ ਜਿਹੜੇ ਰਾਈਟਰਸ ਥੋੜਾ ਜਿਹਾ ਘੱਟ ਬੋਲਦੇ ਆ ਜੀ। ਘੱਟ ਕਹਿਣ ਦਾ ਮਤਲਬ ਆ ਦੇਖੋ ਗ੍ਰਾਸ ਤਾਂ ਇੱਥੇ ਵੀ ਹੈ ਜੀ ਇੱਕ ਜਗ੍ਹਾ ਤੇ, ਦੇਖੋ ਲੈ ਇਹ ਤਾਂ ਇੱਥੇ ਵੀ ਹੈ ਜੀ। ਤਾਂ ਚਲੋ ਆਪਾਂ ਚੱਲਦੇ ਇਹਦੇ ਕੋਲੇ ਜੀ, ਜਿਹੜਾ ਕੋਰਨ। ਚਲੋ ਇੱਕ ਪੈਰੇ ਦੇ ਵਿੱਚ ਹੀ ਆ, ਸਿਰਫ 2 ਲਾਈਨਾਂ ਹੀ ਪੜ੍ਹਨੀਆਂ ਪੈਣੀਆਂ ਜੀ ਆਪਾਂ ਨੂੰ। ਇੱਕ ਸਟੱਡੀ ਦੇ ਵਿੱਚ ਜੀ ਕਹਿੰਦੇ ਸੁਜੈਸਟ ਕੀਤਾ ਦਿਸ ਵਰੀ ਇਜ਼ ਏ ਓਕੇ ਰੀਅਲਿਸਟਿਕ ਵਨ ਕੰਪੇਅਰਡ ਐਲੀਮੈਂਟਰੀ ਸਕੂਲ ਪੀਪਲਸ ਜਿਹੜੇ ਸੀਗੇ who attended school near Los Angeles, okay, but airport with the students who attended school in quiet neighborhood। 2 ਤਰ੍ਹਾਂ ਦੇ ਸਕੂਲ ਸੀਗੇ, ਇੱਕ ਤਾਂ 에어ਪੋਰਟ ਦੇ ਕੋਲੇ ਚੱਕ ਕੇ ਲੈ ਗਏ, ਦੂਸਰੇ ਨੂੰ ਨੇਬਰ ਯਾਨੀ ਕਿ ਨੇਬਰਹੁੱਡ ਜਿੱਥੇ ਕੋਈ ਸ਼ਾਂਤੀ ਵਗੈਰਾ ਹੋਊਗੀ। ਇੱਥੋਂ ਆਹ ਵਾਲੀ ਲਾਈਨ ਤੇ ਇੱਕ ਆਹ ਵਾਲੀ ਲਾਈਨ ਪੜ੍ਹ ਲਓ ਜੀ। ਇਹਦੇ ਵਿੱਚ ਕੀ ਕਹੀ ਜਾਂਦਾ? ਕਹਿੰਦੇ ਕਿ ਫੋਲੋ ਅਪ ਸਟੱਡੀ ਨੇ ਸ਼ੋ ਕੀਤਾ ਕਿ ਜਿਹੜੇ ਬੱਚੇ ਹੁੰਦੇ ਆ, children who were moved to less noisy classroom,
ਜਿਹੜੇ ਬੱਚੇ ਕਹਿੰਦੇ ਨੇ ਕਿ ਲੈਸ ਨੋਇਸੀ ਕਲਾਸਰੂਮ ਦੇ ਵਿੱਚ ਮੂਵ ਹੋਏ ਸੀਗੇ ਸਟਿਲ ਸ਼ੋਡ ਗ੍ਰੇਟਰ ਉਹ ਕਹਿੰਦੇ ਕਿ ਡਿਸਟਰੈਕਟੇਬਿਲਿਟੀ ਦਾ ਮਤਲਬ ਕੀ ਹੁੰਦਾ ਡਿਸਟਰੈਕਟ ਸ਼ੋ ਕਰ ਰਹੇ ਸੀ ਉਹ ਕਹਿੰਦੇ ਜੀ ਫੋਲੋ ਅਪ ਸਟੱਡੀ ਨੇ ਸ਼ੋ ਕੀਤਾ ਕਿ ਜਿਹੜੇ ਬੱਚਿਆਂ ਨੂੰ ਮੂਵ ਕੀਤਾ ਸੀਗਾ ਲੈਸ ਨੋਇਸੀ ਕਲਾਸਰੂਮ ਦੇ ਵਿੱਚ ਸਟਿਲ ਉਹ ਸ਼ੋ ਕਰ ਰਹੇ ਸੀਗੇ ਗ੍ਰੇਟਰ distractibility 1 year later than student who had always been in the quiet ਹਾਂਜੀ ਸਕੂਲ ਜੀ ਕਹਿੰਦੇ ਜੀ ਕਈਆਂ ਬੱਚਿਆਂ ਨੂੰ ਨਾ ਮੂਵ ਕੀਤਾ ਸੀ ਜੀ ਉਹਨਾਂ ਨੇ ਲੈਸਨ ਵਾਈਜ਼ ਸੀ ਕਲਾਸਰੂਮ ਦੇ ਵਿੱਚ ਤੇ ਉਹ ਜ਼ਿਆਦਾ ਜਾਣੀ ਕਿ ਡਿਸਟਰੈਕਟੇਬਿਲਿਟੀ ਸ਼ੋ ਕਰ ਰਹੇ ਸੀਗੇ 1 ਸਾਲ ਤੋਂ ਬਾਅਦ ਵਿੱਚ ਵੀ ਜੀ ਦੂਸਰੇ ਬੱਚਿਆਂ ਦੇ ਕੰਪੈਰੀਜ਼ਨ